how you entered into real estate, ਕਿਵੇਂ ਆਏ, what excited you, ਕਿਵੇਂ ਦੀ ਇਹ ਜਰਨੀ ਰਹੀ? ਐਜੂਕੇਸ਼ਨ ਵਿੱਚ ਤਾਂ ਮੈਂ ਇਲੈਕਟ੍ਰੋਨਿਕਸ ਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਕੀਤੀ ਹੋਈ ਪਟਿਆਲੇ ਤੋਂ, ਬਟ ਮਾਈ ਪੈਸ਼ਨ, ਮਾਈ ਸੋਲ ਆਲਵੇਜ਼ ਵਾਜ਼ ਇਨ ਰੀਅਲ estate। ਭਾਜੀ ਕੀ ਬਦਲੇ ਹੈ ਪਿਛਲੇ ਕੁਝ ਸਾਲ ਚ ਰੀਅਲ ਏਸਟੇਟ ਮੋਹਾਲੀ ਚ? ਪੋਸਟ ਟੈਰਰਿਜ਼ਮ ਵੈਨ ਦੇਵਰ ਨੋ ਪਾਲਿਸੀਜ਼ ਇਨ ਪਲੇਸ, ਤੇ ਆਪਣਾ ਜਿਹੜਾ ਲਾਸਟ ਸੈਕਟਰ ਹੁੰਦਾ ਸੀਗਾ 3B2 ਮੋਹਾਲੀ, ਤੇ ਉਹਦੇ ਅੱਗੇ ਨਥਿੰਗ ਵਾਜ਼ ਦੇਅਰ, ਦੇ ਵਰ ਆਲ ਐਗਰੀਕਲਚਰ ਲੈਂਡਸ। ਰੀਅਲ estate with a purpose, ਰੀਅਲ estate with a purpose, ਇਹ ਵਰਡ ਨਾ ਬਹੁਤ ਜ਼ਿਆਦਾ ਹਿੱਟ ਕੀਤਾ। ਐਗਜ਼ੈਕਟਲੀ ਕੀ ਹੈ ਰੀਅਲ estate with a purpose? ਹੁਣ ਥੋੜਾ ਜਿਹਾ ਹੋਰ ਡਿਫਾਈਨ ਕਰੋ ਅੱਜ ਮੇਰੇ ਵਾਸਤੇ। ਤੇ ਪਰਪਸ ਉੱਥੋਂ ਡਿਫਾਈਨ ਹੁੰਦਾ ਹੈ ਕਿ ਉੱਥੇ ਜਿਹੜਾ ਕਨਸੈਪਟ ਆਣਾ ਹੈ, ਉੱਥੇ ਆਲੇ ਦੁਆਲੇ ਜਿਹੜੀ ਡਿਵੈਲਪਮੈਂਟ ਹੈ ਉਹਨੂੰ ਉਹ ਸਸਟੇਨ ਕਰ ਸਕਦਾ ਹੈ ਕਿ ਨਹੀਂ। ਤੇ ਬਹੁਤ ਸਾਰੇ ਵਰਲਡਸ ਤੁਸੀਂ ਟਰੈਵਲ ਕੀਤਾ ਹੈ, ਤੁਸੀਂ ਜਾਪਾਨ ਗਏ ਹੋ, ਤੁਸੀਂ ਯੂਰਪ 'ਚ ਵੀ ਟਰੈਵਲ ਕੀਤਾ ਹੈ, ਤੁਸੀਂ US 'ਚ ਵੀ ਟਰੈਵਲ ਕੀਤਾ ਹੈ। ਐਵੇਂ ਦੀ ਕੋਈ ਚੀਜ਼ ਹੈਗੀ ਹੈ ਜੋ ਮੋਹਾਲੀ ਲਰਨ ਕਰ ਸਕਦਾ ਹੈ ਇਹਨਾਂ ਕੰਟਰੀਜ਼ ਤੋਂ ਰੀਅਲ estate ਦੀ ਟਰਮਸ 'ਚ? ਜਿਹੜੀ ਚੀਜ਼ ਹੈਗੀ ਹੈ ਉਸ ਚੀਜ਼ ਨੂੰ ਹਾਲੇ ਅਸੀਂ ਮਿਸ ਕਰ ਰਹੇ ਹਾਂ। ਤੁਸੀਂ 10 ਸਾਲ ਬਾਅਦ ਅੱਗੇ ਮੋਹਾਲੀ ਨੂੰ ਕਿੱਥੇ ਦੇਖਦੇ ਹੋ? ਕਿ ਅੱਜ ਤੋਂ ਅਗਰ ਆਪਾਂ 10 ਸਾਲ ਅੱਗੇ ਦੀ ਗੱਲ ਕਰੀਏ, ਤੁਹਾਡੇ ਅਕੋਰਡਿੰਗ ਮੋਹਾਲੀ 'ਚ ਕੀ ਡਿਫਰੈਂਟ ਹੋ ਜਾਏਗਾ 10 ਸਾਲ ਦੇ ਲਈ? 2031 ਤੋਂ ਬਾਅਦ ਹੈਗਾ ਜਿਹਦੇ ਤੇ ਆਲਰੇਡੀ ਕੰਮ ਸ਼ੁਰੂ ਹੋ ਚੁੱਕਾ ਹੈ। ਦ ਕੰਸਲਟੈਂਟਸ ਹੈਵ ਬੀਨ ਹਾਇਰਡ, ਦ ਇਨਫੋਰਮੇਸ਼ਨ ਇਜ਼ ਕੌਨਫੀਡੈਂਸ਼ੀਅਲ, ਠੀਕ ਹੈ, ਪੀਪਲ ਆਰ ਵਰਕਿੰਗ ਔਨ ਇਟ, ਤੇ I think in next 2.5-3 years the master plan will be in the market for the next vision of the city. हाय, मेरा नाम दिलप्रीत है एंड वेलकम टू द न्यू एपिसोड ऑफ द टॉक ट्रेडमिल। आज के हमारे गेस्ट खास हैं। इन्होंने मोहाली के रियल एस्टेट को डेवलप नहीं किया, बट इन्होंने मोहाली को इवॉल्व होते हुए देखा है तब से, जब से मोहाली एग्जिस्ट भी नहीं कर रहा था। जब चंडीगढ़ से मोहाली बना, उसके इंसेप्शन से लेके अभी तक ये इसकी रियल एस्टेट जर्नी का पार्ट रहे हैं। आज के हमारे गेस्ट हैं मिस्टर हैरी कोहरी। Thank you. हैरी जी, थैंक यू सो मच फॉर कमिंग ऑन द पॉडकास्ट। Pleasure is mine. सो हैरी जी, पहले दसो हिंदी या पंजाबी? I'm comfortable in English, Punjabi, Hindi, any of the three. ਤਾਂ ਚਲੋ ਫਿਰ ਆਪਾਂ ਪੰਜਾਬ 'ਚ ਆਪਾਂ ਪੰਜਾਬੀ 'ਚ ਕਰਦੇ ਹਾਂ ਪੋਡਕਾਸਟ। ਹੈਰੀ ਭਾਜੀ ਦੱਸੋ, ਲੈਟਸ ਸਟਾਰਟ ਫਰਮ ਦ ਬਿਗਨਿੰਗ, ਹਾਊ ਯੂ ਐਂਟਰਡ ਇਨਟੂ ਰੀਅਲ estate, ਕਿਵੇਂ ਆਏ, ਵਾਟ ਐਕਸਾਈਟਿਡ ਯੂ, ਕਿਵੇਂ ਦੀ ਇਹ ਜਰਨੀ ਰਹੀ, ਤੇ ਕੀ ਚੇਂਜ ਹੋਇਆ ਤੁਹਾਡੀ 18 ਸਾਲ ਦੀ ਰੀਅਲ estate ਜਰਨੀ 'ਚ? When I was growing, ਤੇ I still remember around that time ਘਰ ਵਿੱਚ ਜਿਹੜੀਆਂ ਵੀ ਡਿਸਕਸ਼ਨਸ ਹੁੰਦੀਆਂ ਸੀਗੀਆਂ ਕਿ ਡੈਡ ਸੇਵਡ ਸਮ ਮਨੀ ਤੇ ਕੋਈ ਜ਼ਮੀਨ ਖਰੀਦੀ ਹੈ, ਨਾਲ ਉਹਨਾਂ ਨੇ ਲੈ ਜਾਣਾ, ਫਿਰ ਕੋਈ ਪਲਾਟ ਖਰੀਦਿਆ, ਉੱਥੇ ਕੋਈ ਕੰਸਟਰਕਸ਼ਨ ਚੱਲ ਰਹੀ ਹੈ, ਆਰਕੀਟੈਕਟ ਨੇ ਦੇ ਆਫਿਸ ਅਸੀਂ ਜਾਣਾ ਐਜ਼ ਕਿਡਸ, ਤੇ ਉਹ ਚੀਜ਼ਾਂ ਵਿੱਚ ਆਈ ਵਾਜ਼ ਆਲਵੇਜ਼ ਸਰਾਊਂਡਡ ਵਿਦ। ਤੇ ਬਿਕੋਜ਼ ਮੈਂ ਉਸ ਇਨਵਾਇਰਮੈਂਟ 'ਚ ਗਰੋ ਹੋਇਆ, ਸੋ ਰੀਅਲ estate ਕੇਮ ਵੈਰੀ ਨੈਚੁਰਲੀ ਟੂ ਮੀ। ਤੇ ਸਿੰਸ childhood I've been associated with the people who give different type of services and solutions to people who want to do something in real estate. So that is where my initial learning came. Education ਵਿੱਚ ਤਾਂ ਮੈਂ electronics ਤੇ communication engineering ਕੀਤੀ ਹੋਈ ਪਟਿਆਲੇ ਤੋਂ, but my passion, my soul always was in real estate. Even during my college time, I remember we bought a plot in Chandigarh, ਤੇ ਮੈਂ rather than attending my classes in college, I was at site helping the masons to erect walls ਤੇ ਉੱਥੇ ਤਰਾਈ ਕਰਨੀ। So that is the type of environment I have grown around. ਇੰਟਰਸਟਿੰਗ। ਭਾਜੀ ਕੀ ਬਦਲੇ ਹੈ ਪਿਛਲੇ ਕੁਝ ਸਾਲ ਚ ਰੀਅਲ estate ਚ ਮੋਹਾਲੀ ਚ? See, Mohali has always been an evolving city. I have been associated with this city since 1990 because at that was the year when we moved from our village to the city. ਤੇ ਇਹ ਸਿਟੀ ਟੋਟਲੀ ਚੇਂਜ ਹੋ ਚੁੱਕੀ ਹੈ ਪੋਸਟ ਟੈਰਰਿਜ਼ਮ ਵੈਨ ਦੇਵਰ ਨੋ ਪਾਲਿਸੀਜ਼ ਇਨ ਪਲੇਸ, ਤੇ ਆਪਣਾ ਜਿਹੜਾ ਲਾਸਟ ਸੈਕਟਰ ਹੁੰਦਾ ਸੀਗਾ 3B2 ਮੋਹਾਲੀ, ਉਹਦੇ ਅੱਗੇ ਨਥਿੰਗ ਵਾਜ਼ ਦੇਅਰ, ਦੇ ਵਰ ਆਲ ਐਗਰੀਕਲਚਰ ਲੈਂਡਸ, ਠੀਕ ਹੈ। ਤੇ ਅਰਾਊਂਡ ਦਿਸ ਏਰੀਆ ਮੇਰਾ ਬਚਪਨ ਨਿਕਲਿਆ ਹੈ। ਸੈਕਟਰ 71 ਦਾ ਇੱਕ ਇਨਸੈਪਸ਼ਨ ਆਈ ਸੀਗੀ, ਤੇ ਓਵਰ ਅ ਪੀਰੀਅਡ ਆਫ ਟਾਈਮਸ ਉਹ ਸਾਰਾ ਸੈਕਟਰ ਹੁਣ ਡਿਵੈਲਪ ਹੋ ਗਿਆ। ਸੋ ਮੋਹਾਲੀ ਹੈਜ਼ evolved a lot from a city which was being developed by the government to a privately developed city. That was in 2003 when new policies came into place and private players were invited to invest and develop the city. So there has been a huge transition since then. Great.
ਭਾਜੀ ਆਪਾਂ ਬਹੁਤ ਵਾਰ ਇੰਟਰੈਕਸ਼ਨ ਪਹਿਲੇ ਵੀ ਕੀਤੀ ਹੈ। ਇੱਕ ਟੌਪਿਕ ਤੁਹਾਡਾ ਨਾ, ਇੱਕ ਵਰਡ ਹਮੇਸ਼ਾ ਵਾਰ-ਵਾਰ ਆਉਂਦਾ ਰਹਿੰਦਾ ਹੈ, ਰੀਅਲ ਐਸਟੇਟ ਵਿਦ ਅ ਪਰਪਸ, ਰੀਅਲ ਐਸਟੇਟ ਵਿਦ ਅ ਪਰਪਸ। ਇਹ ਵਰਡ ਨਾ ਬਹੁਤ ਜ਼ਿਆਦਾ ਹਿੱਟ ਕੀਤਾ, ਬਟ ਇਹਨੂੰ ਐਗਜ਼ੈਕਟਲੀ ਕੀ ਹੈ ਰੀਅਲ ਐਸਟੇਟ ਵਿਦ ਅ ਪਰਪਸ? ਥੋੜਾ ਜਿਹਾ ਹੋਰ ਡਿਫਾਈਨ ਕਰੋ ਅੱਜ ਮੇਰੇ ਵਾਸਤੇ। ਕੋਈ ਵੀ ਪ੍ਰੋਜੈਕਟ ਦੀ ਜੋ ਇਨਸੈਪਸ਼ਨ ਹੈ, ਇਟ ਆਲ ਸਟਾਰਟਸ ਵਿਦ ਦ ਆਇਡੈਂਟੀਫਿਕੇਸ਼ਨ ਆਫ ਲੈਂਡ ਅਰਾਊਂਡ ਵਾਟ ਏਰੀਆ, ਤੇ ਪਰਪਸ ਉੱਥੋਂ ਡਿਫਾਈਨ ਹੁੰਦਾ ਹੈ ਕਿ ਉੱਥੇ ਜਿਹੜਾ ਕਨਸੈਪਟ ਆਣਾ ਹੈ, ਉੱਥੇ ਆਲੇ ਦੁਆਲੇ ਜਿਹੜੀ ਡਿਵੈਲਪਮੈਂਟ ਹੈ ਉਹਨੂੰ ਉਹ ਸਸਟੇਨ ਕਰ ਸਕਦਾ ਹੈ ਕਿ ਨਹੀਂ। ਤੇ ਜਿਵੇਂ ਹੁਣ ਲੇਟਲੀ ਆਈਟੀ ਸਿਟੀ ਸਾਰੀ ਡਿਵੈਲਪ ਹੋ ਰਹੀ ਹੈ, ਤੇ ਅਰਾਊਂਡ ਦੈਟ ਏਰੀਆ ਦੇਰ ਇਜ਼ ਗੋਣਾ ਬੀ ਅ ਹਿਊਜ ਡਿਮਾਂਡ ਆਫ space for people to live, because IT buildings which in huge numbers people are coming to work. That is the new evolving Mohali which is being developed in that area. ਤੇ ਹੁਣ ਜਿਹੜਾ ਉੱਥੇ ਦਾ ਪਰਪਸ ਹੈਗਾ, ਜਿਹੜੀ ਉੱਥੇ new people who are going to come and live there, they are going to develop the city. ਤੇ ਉੱਥੇ ਜਿਹੜੇ ਪੜ੍ਹੇ ਲਿਖੇ ਕਪਲਸ ਹੈਗੇ ਨੇ ਜਾਂ ਜਿਹੜੇ ਪ੍ਰੋਫੈਸਰਸ ਨੇ, ਯੂਨੀਵਰਸਿਟੀਜ਼ ਟੀਚਰਸ ਨੇ, ਸੋ ਉਹ ਸਾਰਿਆਂ ਨੇ ਉੱਥੇ ਆ ਕੇ ਉਸ ਸਿਟੀ ਨੂੰ ਹੁਣ ਡਿਵੈਲਪ ਕਰਨਾ ਹੈ। ਤੇ ਉੱਥੇ ਹੁਣ ਜਿਹੜਾ ਕੋਈ ਵੀ ਪ੍ਰੋਜੈਕਟ ਹੈਗਾ ਹੈ, ਉਹ ਉੱਥੇ ਜਿਹੋ ਜਿਹੇ ਲੋਕਾਂ ਨੇ ਰਹਿਣਾ, ਉਹ ਉਹਨਾਂ ਦਾ ਪਰਪਸ ਡਿਫਾਈਨ ਕਰਦੇ ਨੇ ਕਿ ਸਾਨੂੰ ਕਿਸ ਤਰ੍ਹਾਂ ਦੀ ਇਮਿਊਨਿਟੀਜ਼ ਚਾਹੀਦੀਆਂ ਨੇ, ਕਿਸ ਤਰ੍ਹਾਂ ਦੀ ਰਿਕੁਆਇਰਮੈਂਟਸ ਨੇ। ਤੋ ਵੀ ਵਰਕ ਅਰਾਊਂਡ ਦੋਜ਼ ਆਈਡੀਆਜ਼ ਟੂ ਹੈਲਪ ਪੀਪਲ ਡਿਵੈਲਪ ਸੱਚ ਪ੍ਰੋਜੈਕਟਸ। ਮਤਲਬ ਭਾਜੀ ਅਗਰ ਮੈਂ ਗੱਲ ਕਰਾਂ, ਤੁਸੀਂ ਕਹਿ ਰਹੇ ਹੋ ਆਈਟੀ ਸਿਟੀ ਆ ਰਹੀ ਹੈ, ਉੱਥੇ ਆਈਟੀ ਪ੍ਰੋਫੈਸ਼ਨਲਸ ਆਉਣਗੇ, ਮੋਸਟਲੀ ਵਰਕਿੰਗ ਲੋਕੀ ਹੋਣਗੇ, ਨਿਊਕਲੀਅਰ ਫੈਮਲੀਜ਼ ਹੋਣਗੀਆਂ। ਤੁਹਾਡੇ ਅਕੋਰਡਿੰਗ ਕੋਈ ਵੀ ਪ੍ਰੋਜੈਕਟ ਕੀ ਐਮਿਨਿਟੀਜ਼ ਹੋਣੀਆਂ ਚਾਹੀਦੀਆਂ? ਹੁਣ ਜਿਵੇਂ ਯੰਗ ਕਪਲਸ ਹੈਗੇ ਨੇ ਜਿਹੜੇ, ਠੀਕ ਹੈ, ਦੇ ਗੋਣਾ ਹੈਵ ਚਿਲਡਰਨ, ਤੇ ਉਹਨਾਂ ਦੀ ਟੇਕ ਕੇਅਰ ਕਰਨ ਵਾਸਤੇ ਡੇ ਕੇਅਰ ਫੈਸਿਲਿਟੀਜ਼ ਚਾਹੀਦੀਆਂ ਨੇ ਇਨ ਹਾਊਸ। ਕਦੀ ਕਦੀ ਉਹਨਾਂ ਦੇ ਪੇਰੈਂਟਸ ਵੀ ਉਹਨਾਂ ਨੂੰ ਵਿਜ਼ਿਟ ਕਰਨਗੇ, ਦੇ ਮਸਟ ਬੀ ਏਜਿੰਗ, ਤੇ ਜਿਹੜੀਆਂ ਬੇਸਿਕ ਹੈਲਥ ਫੈਸਿਲਿਟੀਜ਼ ਹੈਗੀਆਂ ਨੇ ਉਹ ਉੱਥੇ ਡਿਵੈਲਪ ਹੋਣੀਆਂ ਚਾਹੀਦੀਆਂ ਨੇ। ਲਾਈਕ ਐਂਬੂਲੈਂਸ ਸ਼ੁੱਡ ਬੀ ਦੇਅਰ ਪਾਰਕਡ ਇਨ ਦ ਪ੍ਰੋਜੈਕਟ ਇਫ ਦੇਅਰ ਇਜ਼ ਐਨੀ ਟਾਈਪ ਆਫ ਮਿਸਹੈਪਨਿੰਗ, ਇਮੀਡੀਏਟ ਰੈਸਕਿਊ ਇਨ ਹਾਊਸ ਚਾਹੀਦਾ ਹੈ, ਡਾਕਟਰ ਔਨ ਕਾਲ, ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਚਾਹੀਦੀਆਂ ਨੇ। ਜਿਵੇਂ ਹੁਣ ਯੰਗ ਕਪਲਸ ਦੇ ਵਿੱਚ ਇਹ ਹੈ ਕਿ ਬੋਥ ਆਫ ਦੈਮ ਆਰ ਵਰਕਿੰਗ, ਸੋ ਹੋਮ ਕੁਕਡ ਫੂਡ, ਉਹਦੇ ਵਾਸਤੇ ਮਤਲਬ ਦੇ ਸ਼ੁੱਡ ਬੀ ਅ ਪ੍ਰੋਵੀਜ਼ਨ ਵੇਅਰ ਦ ਫੂਡ ਕੈਨ ਬੀ ਕੁਕਡ ਇਨ ਹਾਊਸ ਐਂਡ ਸਰਵ ਟੂ ਪੀਪਲ ਵਿਦ ਹੋਮਲੀ ਟੇਸਟਸ। ਠੀਕ ਹੈ, ਇਹ ਬੇਸਿਕ ਰਿਕੁਆਇਰਮੈਂਟਸ ਹੈਗੀਆਂ ਨੇ। ਤਾਂ ਜੋ ਵੀ ਉੱਥੇ ਡਿਵੈਲਪਮੈਂਟਸ ਹੈਗੀਆਂ ਨੇ, ਜੇ ਇਹ ਚੀਜ਼ਾਂ ਨੂੰ ਸੋਚ ਕੇ ਪ੍ਰੋਜੈਕਟਸ ਨੂੰ ਇਨਸੈਪਟ ਕਰਨ, ਤੇ ਉੱਥੇ ਲੋਕਾਂ ਦਾ ਰਹਿਣ ਦਾ ਪਰਪਸ ਡਿਫਾਈਨ ਹੋ ਜਾਂਦਾ ਹੈ। ਸੋ ਦਿਸ ਇਜ਼ ਵਾਟ ਆਈ ਮੀਨ ਵਿਦ ਰੀਅਲ ਐਸਟੇਟ ਵਿਦ ਅ ਪਰਪਸ। ਹਾਂਜੀ, ਇੰਟਰਸਟਿੰਗ ਭਾਜੀ, ਇੰਟਰਸਟਿੰਗ ਇਨਸਾਈਟ ਤੇ ਇੰਟਰਸਟਿੰਗ ਪੁਆਇੰਟ ਆਫ ਵਿਊ। ਹੁਣ ਗੱਲ ਕਰਦੇ ਹਾਂ, ਅਸੀਂ ਰੀਅਲ ਐਸਟੇਟ ਕਰ ਰਹੇ ਹਾਂ ਤਾਂ ਆਈ ਐਮ ਵੈਰੀ ਸ਼ੋਰ ਗਲਤੀਆਂ ਵੀ ਕੀਤੀਆਂ ਹੋਣਗੀਆਂ। ਅੱਜ ਤੱਕ ਦੀ ਕੋਈ ਐਵੇਂ ਦੀ ਗਲਤੀ ਜਿਹਨੇ ਪੂਰਾ ਦਾ ਪੂਰਾ ਪਾਥ ਬਦਲਤਾ ਹੋਏ, ਜਾਂ ਤੁਹਾਨੂੰ ਲੱਗ ਰਿਹਾ ਕਿ ਗਲਤੀ ਜਿਹਨੇ ਜਰਨੀ ਦਾ ਡਾਇਰੈਕਸ਼ਨ ਚੇਂਜ ਕਰਤੀ ਹੋਏ? ਦੇਖੋ ਜੀ, ਜਿਹੜਾ ਵਰਡ ਗਲਤੀ ਹੈ ਉਹ ਮੇਰੀ ਡਿਕਸ਼ਨਰੀ 'ਚ ਐਗਜ਼ਿਸਟ ਨਹੀਂ ਕਰਦਾ, ਕਿਉਂਕਿ ਦੇ ਆਰ ਆਲ ਪਾਥਸ ਟੂ ਲਰਨਿੰਗ। ਜਦੋਂ ਆਪਾਂ ਕੁਛ ਵੀ ਨਵੀਂ ਚੀਜ਼ ਕਰਾਂਗੇ, ਤੇ ਉੱਥੇ ਕੁਛ ਨਾ ਕੁਛ ਇਹੋ ਜਿਹੀ ਚੀਜ਼ ਹੋਊਗੀ ਜੋ ਸਾਨੂੰ ਸਿਖਾ ਕੇ ਜਾਊਗੀ, ਤੇ ਸਾਨੂੰ ਉਸ ਚੀਜ਼ ਨੂੰ ਬੈਟਰ ਵੇ ਨਾਲ ਹੈਂਡਲ ਕਰਨ ਦਾ ਗੁਣ ਦੇ ਜੂਗੀ। ਤਾਂ ਗਲਤੀ ਕੁਛ ਨਹੀਂ ਹੁੰਦੀ, ਪਲੱਸ ਮਾਈਨਸ ਤਾਂ ਚੱਲਦਾ ਰਹਿੰਦਾ ਹੈ, ਬਟ ਐਂਡ ਆਫ ਦ ਡੇ ਚੀਜ਼ਾਂ ਜੇ ਸਹੀ ਟਰੈਕ 'ਤੇ ਨੇ, ਤੁਸੀਂ ਇਵੋਲਵ ਕਰ ਰਹੇ ਹੋ ਵਿਦ ਦ ਟਾਈਮ, ਸੋ ਆਈ ਥਿੰਕ that is what matters to me. So ਭਾਜੀ, you've been doing real estate since last almost 18 years now. बहुत सारे challenges भी आए होंगे, बहुत सारे different projects. So I would like to know interesting challenge जिन्हें ਤੁਹਾਨੂੰ ਬਹੁਤ ਜ਼ਿਆਦਾ ਇਵੋਲਵ ਕੀਤਾ ਹੈ, ਐਵੇਂ ਦੀ ਕੋਈ ਇੰਟਰਸਟਿੰਗ ਸਟੋਰੀ? ਜਿਹੜਾ ਸਭ ਤੋਂ ਵੱਡਾ ਚੈਲੰਜ ਮੇਰੀ ਜਰਨੀ 'ਚ ਰਿਹਾ ਹੈ, ਉਹ ਰਿਹਾ ਹੈ ਟੂ ਡੈਲੀਗੇਟ ਦ ਵਰਕ ਟੂ ਪੀਪਲ, ਤੇ ਫਿਰ ਉਹ ਫੋਲੋ ਅਪਸ ਲੈ ਕੇ ਉਹਨਾਂ ਤੋਂ ਕੰਮ ਕਰਾਉਣਾ। ਠੀਕ ਹੈ ਜੀ, ਤੇ ਬਿਕੋਜ਼ ਆਫ ਦੈਟ ਐਕਸਪੀਰੀਅੰਸ ਫਿਰ ਹਰ ਚੀਜ਼ ਨੂੰ ਮੈਂ ਖੁਦ ਹੀ ਐਕਸਪਰਟ ਕਰਨਾ ਸ਼ੁਰੂ ਕਰਤਾ। ਸੋ ਆਈ started developing expertise in every trade in real estate, doing everything by myself. ਕਿਉਂਕਿ ਜਦੋਂ ਆਪਾਂ ਕਿਸੇ ਦੇ ਉੱਤੇ ਵੀ ਡਿਪੈਂਡੈਂਸੀ ਕ੍ਰੀਏਟ ਕਰ ਲੈਂਦੇ ਆ, ਫਿਰ ਉਹ ਬੰਦੇ ਕੋਲ ਇੱਕ ਲਿਬਰਟੀ ਹੁੰਦੀ ਹੈ ਸਾਨੂੰ ਉਹ ਚੀਜ਼ ਨੂੰ ਸਹੀ ਤਰੀਕੇ ਨਾਲ ਕਮਿਟ ਕਰਕੇ ਨਾ ਡਿਲੀਵਰ ਕਰਨ ਦੀ। ਅਤੇ ਉੱਥੇ ਵਿਦ ਟਾਈਮ ਉਹ ਚੀਜ਼ਾਂ ਇੰਨੀਆਂ ਜ਼ਿਆਦਾ ਇੰਗਰੇਵ ਹੋ ਗਈਆਂ ਨੇ ਮੇਰੇ 'ਚ ਕਿ ਹਰ ਚੀਜ਼ ਨੂੰ ਆਪ ਹੱਥੀਂ ਕਰਕੇ ਉਸ ਚੀਜ਼ ਦੀ ਐਕਸਪਰਟੀਜ਼ ਇੰਨੀ ਡਿਵੈਲਪ ਹੋ ਚੁੱਕੀ ਹੈ ਕਿ ਹੁਣ ਮੈਨੂੰ ਉਸ ਕੰਮ ਵਿੱਚ ਕੋਈ ਵੀ ਮਤਲਬ ਪਲੇ ਅਰਾਊਂਡ ਨਹੀਂ ਕਰ ਸਕਦਾ। ਪੂਰੀ ਨੌਲੇਜ ਹੋ ਗਈ ਕਿ ਹਰ ਚੀਜ਼ ਆਪਣੇ ਹੱਥ ਨਾਲ ਤੁਸੀਂ ਕਰਕੇ ਦੇਖ ਲਈਏ। ਇਸ ਕਰਕੇ ਤੁਹਾਨੂੰ ਸਟਾਰਟਿੰਗ ਲੈਂਡ ਐਕੁਜੀਸ਼ਨ ਤੋਂ ਲੈ ਕੇ ਕੰਸਟਰਕਸ਼ਨ, ਇੰਟੀਰੀਅਰ, ਲੀਜ਼ਿੰਗ, ਸਾਰੀ ਚੀਜ਼ਾਂ ਦਾ ਅਲਟੀਮੇਟ ਗਿਆਨ ਹੋ ਗਿਆ। ਯੈਸ, ਐਬਸੋਲਿਊਟਲੀ। ਇੰਟਰਸਟਿੰਗ ਭਾਜੀ, ਤੁਸੀਂ ਪੂਰੀ ਤੋਂ ਪੂਰੀ ਦੁਨੀਆ ਘੁੰਮ ਚੁੱਕੇ ਹੋ ਅਜੇ ਤੱਕ,
तो ਇਹ ਬਹੁਤ ਸਾਰੇ ਵਰਲਡਸ ਤੁਸੀਂ ਟਰੈਵਲ ਕੀਤਾ ਹੈ, ਤੁਸੀਂ ਜਾਪਾਨ ਗਏ ਹੋ, ਤੁਸੀਂ ਯੂਰਪ 'ਚ ਵੀ ਟਰੈਵਲ ਕੀਤਾ ਹੈ, ਤੁਸੀਂ ਯੂਐਸ 'ਚ ਵੀ ਟਰੈਵਲ ਕੀਤਾ ਹੈ। ਐਵੇਂ ਦੀ ਕੋਈ ਚੀਜ਼ ਹੈਗੀ ਹੈ ਜੋ ਮੋਹਾਲੀ ਲਰਨ ਕਰ ਸਕਦਾ ਹੈ ਇਹਨਾਂ ਕੰਟਰੀਜ਼ ਤੋਂ ਰੀਅਲ ਏਸਟੇਟ ਦੀ ਟਰਮਸ 'ਚ? ਸਸਟੇਨੇਬਿਲਿਟੀ ਜਿਹੜੀ ਚੀਜ਼ ਹੈਗੀ ਹੈ ਉਸ ਚੀਜ਼ ਨੂੰ ਹਾਲੇ ਅਸੀਂ ਮਿਸ ਕਰ ਰਹੇ ਹਾਂ। ਚੀਜ਼ ਡਿਵੈਲਪ ਹੋ ਜਾਂਦੀ ਹੈ, ਆਪਰੇਸ਼ਨਲ ਹੋ ਜਾਂਦੀ ਹੈ, ਪਰ ਕੁਝ ਟਾਈਮ ਬਾਅਦ ਆਪਣਾ ਚਾਰਮ ਲੂਜ਼ ਕਰ ਜਾਂਦੀ ਹੈ। ਉਹ ਚਾਰਮ ਉਹਦੇ ਵਿੱਚ ਹਮੇਸ਼ਾ ਬਣਿਆ ਰਵੇ, ਉਹਦੇ ਵਾਸਤੇ ਐਕਟੀਵਿਟੀਜ਼ ਆਨਗੋਇੰਗ ਹੋਣੀਆਂ ਚਾਹੀਦੀਆਂ ਨੇ। ਠੀਕ ਹੈ ਜੀ। ਹੁਣ ਜਿਵੇਂ ਤੁਸੀਂ ਇੱਕ ਗੱਲ ਕਹੀ ਕਿ ਆਪਾਂ ਯੂਐਸ ਦੀ ਗੱਲ ਕਰੀਏ, ਔਨ ਐਨ ਐਵਰੇਜ ਇਨ ਅ ਲਾਈਫ ਟਾਈਮ every family moves from one place to the other 7 to 8 times। ਮਤਲਬ ਉੱਥੇ ਕਿਵੇਂ ਇਵੋਲਵ ਹੁੰਦੀ ਹੈ ਚੀਜ਼ ਕਿ ਜਦੋਂ ਫੈਮਿਲੀ ਨਾਲ ਰਹਿ ਰਹੇ ਹੁੰਦੇ ਨੇ ਪੇਰੈਂਟਸ, ਬੱਚੇ ਉਹਨਾਂ ਉਹ ਹੋਰ ਤਰ੍ਹਾਂ ਦੀ ਅਕੋਮੋਡੇਸ਼ਨ 'ਚ ਹੁੰਦੇ ਨੇ। ਜਦੋਂ ਬੱਚੇ ਕਾਲਜ ਚਲੇ ਜਾਂਦੇ ਨੇ ਪੇਰੈਂਟਸ ਹੋਰ ਤਰ੍ਹਾਂ ਦੀ ਅਕੋਮੋਡੇਸ਼ਨ 'ਚ ਮੂਵ ਕਰ ਜਾਂਦੇ ਨੇ। ਜਦੋਂ ਬੱਚੇ ਛੋਟੇ ਹੁੰਦੇ ਨੇ ਉਹਨਾਂ ਨੂੰ ਸਵਿਮਿੰਗ ਪੂਲ ਚਾਹੀਦਾ ਹੈ। ਜਦੋਂ ਵਰਕਿੰਗ ਹੋ ਜਾਂਦੇ ਨੇ ਦੇ ਨੀਡ ਅ ਸਮਾਲਰ ਪਲੇਸ, ਕਿਉਂਕਿ ਸਾਰਾ ਦਿਨ ਉਹਨਾਂ ਨੇ ਬਾਹਰ ਹੋਣਾ, ਰਾਤ ਨੂੰ ਘਰ ਆ ਕੇ ਸੌਣਾ। ਉਹ ਚੀਜ਼ਾਂ ਹਾਲੇ ਇੱਥੇ ਮਿਸ ਹੋ ਰਹੀਆਂ ਨੇ ਕਿਉਂਕਿ ਇੱਥੇ ਲੋਕੀ ਇਮੋਸ਼ਨਲੀ ਅਟੈਚ ਹੋ ਜਾਂਦੇ ਨੇ ਰੀਅਲ ਏਸਟੇਟ ਦੇ ਨਾਲ। ਠੀਕ ਹੈ ਜੀ। ਉਹਦਾ ਫੰਕਸ਼ਨ, ਉਹਦਾ ਪਰਪਸ ਪੂਰਾ ਨਹੀਂ ਕਰ ਪਾਉਂਦੇ, समझ पाते। अब कोई भी जो रिक्वायरमेंट है वो विद टाइम चेंज होती रहती है, पर हम जो इंडियंस हैं वी आर वेरी इमोशनली कनेक्टेड टू प्रॉपर्टी। तो वो चीज़ को हमें अंडरस्टैंड करके एग्जीक्यूटिव डिसीजंस लेके लाइफ में आगे चलते रहना चाहिए, विच पीपल अराउंड मी don't understand। So this is a void which people need to understand। ਭਾਈ ਮੈਨੂੰ ਇੱਕ ਚੀਜ਼ ਦੱਸੋ, ਇੱਕ ਕੁਐਸਚਨ ਹੈ ਮੇਰਾ ਨਾ, ਮੈਂ ਬਹੁਤ ਜ਼ਿਆਦਾ ਓਬਜ਼ਰਵ ਕਰ ਰਿਹਾ ਸੀਗਾ। ਚੰਡੀਗੜ੍ਹ ਦੇ ਅਰਾਊਂਡ ਆਪਣੀ ਦੋ ਸਿਟੀਜ਼ ਆਉਂਦੀਆਂ ਹੈ, ਮੋਹਾਲੀ ਅਤੇ ਪੰਚਕੂਲਾ। ਜਦੋਂ ਮੈਂ ਦੇਖਦਾ ਕਿ ਮੋਹਾਲੀ ਤਾਂ ਬਹੁਤ ਸਟਰੋਂਗਲੀ ਡਿਵੈਲਪ ਕਰ ਰਿਹਾ ਹੈ, ਪਰ ਪੰਚਕੂਲਾ 'ਚ ਮੈਂ ਉਹਨੀ ਡਿਵੈਲਪਮੈਂਟ ਨਹੀਂ ਦੇਖਦਾ। ਕੀ ਰੀਜ਼ਨ ਹੈ ਇਹਦਾ? ਪੰਚਕੂਲਾ 'ਚ ਜਿਹੜੀ ਸਕੈਰਸ ਕਮੋਡਿਟੀ ਹੈ ਉਹ ਲੈਂਡ ਹੈ, ਕਿਉਂਕਿ ਉਸ ਪਾਸੇ ਫਿਰ ਅੱਗੇ ਪਹਾੜੀਆਂ ਜੁੜ ਜਾਂਦੀਆਂ ਨੇ। ਸੋ ਦੇਰ ਇਜ਼ no possibility of expansion of the city। that's why ਤੁਸੀਂ ਜਿਹੜਾ ਉਹਦਾ ਏਰੀਆ ਹੈ ਵਿਚ ਇਟ ਕੰਟਰੋਲਸ, ਉੱਪਰ ਹਿਮਾਚਲ ਆ ਗਿਆ, ਉਸ ਪਾਸੇ ਅੰਬਾਲਾ ਆ ਗਿਆ। ਸੋ ਜਿਹੜਾ ਪੰਚਕੂਲਾ ਡਿਸਟ੍ਰਿਕਟ ਹੈ ਉਹ 'ਚ ਲੈਂਡ ਬਹੁਤ ਲਿਮਿਟਡ ਹੈ, ਅਤੇ ਜਿੰਨੀ ਵੀ ਲੈਂਡ ਸੀਗੀ ਉਹ ਸਾਰੀ ਡਿਵੈਲਪ ਹੋ ਚੁੱਕੀ ਹੈ। ਸੋ ਦੈਟ ਇਜ਼ ਦ ਮੇਨ ਰੀਜ਼ਨ ਵਾਈ ਪੰਚਕੂਲਾ ਪਿੱਛੇ ਰਹਿ ਗਿਆ। ਪਰ ਮੋਹਾਲੀ ਦੀ ਜਿਹੜੀ ਐਕਸਪੈਂਸ਼ਨ ਹੈ ਇੱਕ ਗ੍ਰਿਡ ਡਿਵੈਲਪਮੈਂਟ ਦੇ ਨਾਲ ਓਵਰ ਅ ਪੀਰੀਅਡ ਆਫ ਈਅਰਸ ਇਟ ਹੈਜ਼ ਦ ਪੋਟੈਂਸ਼ੀਅਲ ਟੂ ਟੱਚ ਬਠਿੰਡਾ। ਹੁਣ ਵੀ ਲੇਟਲੀ ਮੋਹਾਲੀ ਦੇ ਕੁਝ ਜੂਰਿਸਡਿਕਸ਼ਨ ਏਰੀਆ ਵਧਾਇਆ ਹੈ ਗਵਰਨਮੈਂਟ ਨੇ, ਕੁਝ ਪਿੰਡ ਹੋਰ ਨਵੇਂ ਪਾਏ ਨੇ, ਟੇਕਿੰਗ ਇਟ ਫਰਮ ਪਟਿਆਲਾ ਇਨਟੂ ਮੋਹਾਲੀ, ਤੇ ਹੌਲੀ ਹੌਲੀ ਫਿਰ ਐਕਸਪੈਂਸ਼ਨ ਹੋਈ ਜਾਣੀ ਹੈ। ਭਾਜੀ ਤੁਸੀਂ ਮੈਨੂੰ ਬੋਲੇ ਜੂਰਿਸਡਿਕਸ਼ਨ ਵਧਾਉਂਦੇ ਹੈ, ਮਤਲਬ ਥੋੜ੍ਹਾ ਜਿਹਾ ਇਸ 'ਤੇ ਦੱਸੋ ਕਿ ਜਦੋਂ ਆਪਣੇ ਮਾਸਟਰ ਪਲਾਨਸ ਬਣਦੇ ਹੈ ਕਿਸੇ ਵੀ ਸ਼ਹਿਰ ਦੇ, ਤਾਂ ਗਵਰਨਮੈਂਟ ਕਿੰਨੇ ਸਾਲ ਦਾ ਵਿਜ਼ਨ ਰੱਖ ਕੇ ਚੱਲਦੀ ਉਸ ਮਾਸਟਰ ਪਲਾਨ 'ਤੇ ਜਨਰਲੀ, ਅਤੇ ਕੀ ਉਹ ਵਿਜ਼ਨ ਐਕਚੁਅਲ 'ਚ ਇੰਪਲੀਮੈਂਟ ਹੋ ਪਾਉਂਦੇ ਹੈ ਕਿ ਹਵਾ ਵਾਲੀ ਗੱਲਾਂ ਰਹਿ ਜਾਂਦੀਆਂ? ਨਹੀਂ ਦੇਖੋ, ਜਿਹੜਾ ਵਿਜ਼ਨ ਹੈ ਗਵਰਨਮੈਂਟ ਦਾ, ਉਹ ਜਿਹੜੇ ਕੰਸਲਟੈਂਟਸ ਨੇ, ਟੌਪ ਕੰਸਲਟੈਂਟਸ ਆਫ ਦਾ ਵਰਲਡ ਨੂੰ ਕਾਲ ਕਰਦੇ ਨੇ ਅਤੇ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਕੌਨਸੈਪਟ ਸਾਡਾ ਡਿਜ਼ਾਈਨ ਕਰੋ। ਜੇ ਆਪਾਂ ਸਟ੍ਰੈਟੇਜਿਕ ਲੋਕੇਸ਼ਨ ਦੀ ਗੱਲ ਕਰੀਏ, ਜਿਹੜਾ ਜ਼ੀਰਕਪੁਰ ਹੈ ਉਹਦੀ ਲੋਕੇਸ਼ਨ ਬਹੁਤ ਹੀ ਜ਼ਿਆਦਾ ਜ਼ਬਰਦਸਤ ਸੀਗੀ, ਪਰ ਬਿਕੋਜ਼ ਉੱਥੇ ਉਹਦੀ ਲੋਕੇਸ਼ਨ ਇੰਨੀ ਪ੍ਰੋਕਸੀਮਿਟੀ ਟੂ ਚੰਡੀਗੜ੍ਹ ਸੀਗੀ, ਉੱਥੇ ਪ੍ਰੋਪਰ ਪਲਾਨਿੰਗ ਦੇ ਨਾਲ ਡਿਵੈਲਪਮੈਂਟ ਹੋ ਹੀ ਨਹੀਂ ਸਕੀ। ਨਹੀਂ ਤਾਂ ਉੱਥੇ ਇੱਕ ਨਵਾਂ ਚੰਡੀਗੜ੍ਹ ਵੀ ਨਾਲ ਐਕਸਟੈਂਸ਼ਨ ਆਫ ਚੰਡੀਗੜ੍ਹ ਵਸ ਸਕਦਾ ਸੀਗਾ, ਬਿਕੋਜ਼ ਐਵਰੀਥਿੰਗ ਹੈਪਨਡ ਪ੍ਰਾਇਰ ਟੂ ਇੰਪਲੀਮੈਂਟੇਸ਼ਨ ਆਫ ਮਾਸਟਰ ਪਲਾਨਸ। ਅਤੇ ਯੂਜੂਅਲੀ ਜਦੋਂ ਮਾਸਟਰ ਪਲਾਨ ਇੱਕ ਫਰੀਜ਼ ਹੋ ਜਾਂਦਾ ਹੈ, ਉੱਥੇ ਇੱਕ ਕਲੈਰਿਟੀ ਆ ਜਾਂਦੀ ਹੈ ਕਿ ਕਿੱਥੋਂ ਰੋਡ ਨਿਕਲਣੀ ਹੈ, ਕਿੱਥੇ ਰੈਜ਼ੀਡੈਂਸ਼ੀਅਲ ਡਿਵੈਲਪਮੈਂਟ ਆਉਣੀ, ਕਿੱਥੇ ਕਮਰਸ਼ੀਅਲ ਡਿਵੈਲਪਮੈਂਟ ਆਉਣੀ, ਅਤੇ ਉਹ ਡੈਂਸਿਟੀ ਨੂੰ ਕੈਲਕੂਲੇਟ ਕਰਕੇ ਇੱਕ ਡੇਟਾ ਨੂੰ ਪ੍ਰੋਸੈਸ ਕਰਕੇ ਇੱਕ ਪ੍ਰਪੋਜ਼ਲ ਪੁੱਟ ਕਰਦੇ ਨੇ ਵਿਚ ਇਜ਼ ਸਸਟੇਨੇਬਲ ਓਵਰ ਅ ਪੀਰੀਅਡ ਆਫ ਈਅਰਸ, ਕਿ ਇੱਕ ਸੈਕਟਰ ਦੇ ਵਿੱਚ ਸਾਨੂੰ ਸਕੂਲ ਵੀ ਚਾਹੀਦਾ ਹੈ, ਨਰਸਿੰਗ ਹੋਮ ਹਸਪੀਟਲ ਵੀ ਚਾਹੀਦਾ ਹੈ, ਜਿਹੜੀਆਂ ਬੇਸਿਕ ਰਿਕੁਆਇਰਮੈਂਟਸ ਹੈਗੀਆਂ ਨੇ, ਆਪਣੀ ਅਫੋਰਡੇਬਲ ਲਿਵਿੰਗ ਵੀ ਚਾਹੀਦੀ ਹੈ, ਜਿੱਥੇ ਮਤਲਬ ਜਿਹੜੇ ਸਾਡੇ ਵਰਕਿੰਗ ਕਲਾਸ ਹੈਗੀ ਨੇ, ਜਿਹੜੇ ਘਰਾਂ 'ਚ ਹੈਲਪ ਕਰਦੇ ਨੇ, ਉਹ ਰਹਿ ਸਕਣ। ਅਤੇ ਉਹ ਸਾਰੀ ਚੀਜ਼ਾਂ ਨੂੰ ਇਨ ਪਲੇਸ ਲੈ ਕੇ ਹੀ ਇੱਕ ਪਲਾਨ ਇਨਸੈਪਟ ਹੁੰਦਾ ਹੈ, ਅਤੇ ਇੰਪਲੀਮੈਂਟੇਸ਼ਨ ਵਿੱਚ ਟਾਈਮ ਲੱਗਦਾ ਹੈ। ਅਤੇ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਕਿੰਨਾ ਟਾਈਮ ਹੈਗਾ, ਇਹਦਾ ਜਿਹੜਾ ਹੋਰਾਈਜ਼ਨ ਹੈ 25 ਈਅਰਸ ਦਾ ਹੁੰਦਾ ਹੈ। ਅਤੇ ਅਗਰ ਭਾਜੀ ਆਪਾਂ ਮੋਹਾਲੀ ਦੇ ਮਾਸਟਰ ਪਲਾਨ ਦੀ ਗੱਲ ਕਰੀਏ, ਉਹਨੂੰ ਕਿੰਨਾ ਟਾਈਮ ਹੋ ਚੁੱਕਿਆ ਹੈ ਜਿਹੜਾ ਲਾਸਟ ਮਾਸਟਰ ਪਲਾਨ ਆਇਆ ਸੀਗਾ, ਅਤੇ ਤੁਸੀਂ 10 ਸਾਲ ਬਾਅਦ ਅੱਗੇ ਮੋਹਾਲੀ ਨੂੰ ਕਿੱਥੇ ਦੇਖਦੇ ਹੋ? ਕਿ ਅੱਜ ਤੋਂ ਅਗਰ ਆਪਾਂ 10 ਸਾਲ ਅੱਗੇ ਦੀ ਗੱਲ ਕਰੀਏ, ਤੁਹਾਡੇ ਅਕੋਰਡਿੰਗ ਮੋਹਾਲੀ 'ਚ ਕੀ ਡਿਫਰੈਂਟ ਹੋ ਜਾਏਗਾ 10 ਸਾਲ 'ਚ ਅਗਲੇ?
ਦੇਖੋ ਜੀ, ਜਿਹੜਾ ਮਾਸਟਰ ਪਲਾਨ ਜਿਹੜਾ ਪ੍ਰੀਵੀਅਸਲੀ ਇਟ ਕੇਮ ਇਨਟੂ ਇੰਪਲੀਮੈਂਟੇਸ਼ਨ, ਉਹ 2003-4 ਦੇ ਅਰਾਊਂਡ ਸਾਰੀ ਪਾਲਿਸੀਜ਼ ਫਰੇਮ ਹੋ ਗਈਆਂ ਸੀਗੀਆਂ। ਮਾਸਟਰ ਪਲਾਨਸ ਦੇ ਜਿਹੜੇ ਫਰਸਟ ਡਰਾਫਟਸ ਅਰਾਊਂਡ ਦੈਟ ਟਾਈਮ ਆ ਗਏ ਸੀਗੇ, ਤੇ ਜਿਹੜਾ ਵਿਜ਼ਨ 2031 ਸੀਗਾ ਤਦ ਤੱਕ ਇਹ ਚੀਜ਼ ਆ ਗਈ ਸੀਗੀ। ਮਾੜੀ ਮੋਟੀ ਟਵੀਕਿੰਗ ਚੱਲਦੀ ਰਹਿੰਦੀ ਹੈ ਮਾਸਟਰ ਪਲਾਨਸ ਦੇ ਵਿੱਚ, ਕਿਉਂਕਿ ਹੋ ਸਕਦਾ ਵਿਦ ਟਾਈਮ ਇੱਕ ਪਰਟੀਕੂਲਰ ਏਰੀਆ ਦੀ ਰਿਕੁਆਇਰਮੈਂਟ ਨਾ ਹੋਵੇ, ਤੇ ਫਿਰ ਉਹ ਇੱਕ ਪ੍ਰਪੋਜ਼ਲ ਜਾਂਦਾ ਹੈ ਕੈਬਨਿਟ ਦੇ ਵਿੱਚ, ਤੇ ਉਹਨੂੰ ਐਕਸੈਪਟ ਕਰ ਲੈਂਦੇ ਕਿ ਇਸ ਤਰ੍ਹਾਂ ਨਹੀਂ ਕਰ ਲਓ, ਇਸ ਤਰ੍ਹਾਂ ਕਰ ਲਓ। ਬਟ 25 ਸਾਲ ਦਾ ਇੱਕ ਹੋਰਾਈਜ਼ਨ ਹੁੰਦਾ ਹੈ ਵਿਦ ਮਾਈਨਰ ਟਵੀਕਿੰਗ ਇਨ ਮਾਸਟਰ ਪਲਾਨਸ। ਤੇ ਹੁਣ ਜਿਹੜਾ ਨੈਕਸਟ ਮਾਸਟਰ ਪਲਾਨ ਡਿਊ ਹੈਗਾ ਹੈ 2031 ਤੋਂ ਬਾਅਦ ਹੈਗਾ, ਜਿਹਦੇ ਤੇ ਆਲਰੇਡੀ ਕੰਮ ਸ਼ੁਰੂ ਹੋ ਚੁੱਕਾ ਹੈ। The consultants have been hired. The information is confidential. ठीक है, people are working on it. They, I think in next 2.5-3 years, the master plan will be in the market for the next vision of the city. ਅਜੇ ਤੱਕ ਅਗਰ ਪਿਛਲੇ ਮਾਸਟਰ ਪਲਾਨ ਦੀ ਗੱਲ ਕਰੀਏ, ਉਹੀ ਮੈਂ ਸੇਮ ਚੀਜ਼ ਪੁੱਛਦਾ ਕਿ ਅਗਲੇ 10 ਸਾਲ 'ਚ ਤੁਸੀਂ ਮੋਹਾਲੀ ਨੂੰ ਕੀ ਵਿਜ਼ਨ ਕਰਦੇ ਹੋ ਕਿ ਮੋਹਾਲੀ 'ਚ ਕੀ ਕੀ ਡਿਵੈਲਪਮੈਂਟਸ ਦੇਖਣ ਨੂੰ ਮਿਲ ਸਕਦੀਆਂ ਆਪਾਂ ਨੂੰ? ਦੇਖੋ ਜੀ, with the influx of people that city is attracting, post COVID ਦਿੱਲੀ ਤੋਂ ਬਹੁਤ ਲੋਕਾਂ ਨੇ ਇੱਥੇ ਪ੍ਰੋਪਰਟੀਜ਼ 'ਚ ਇਨਵੈਸਟ ਕਰਤਾ, ਪਲਾਟਸ ਲੈ ਕੇ ਰੱਖ ਲੈਣੇ, ਹੌਲੀ ਹੌਲੀ ਆਪਣੇ ਘਰ ਬਣਾ ਰਹੇ ਨੇ। ਘਰ ਦੇ ਨਾਲ ਫਿਰ ਇੱਕ ਮਾੜੀ ਮੋਟੀ ਕਮਰਸ਼ੀਅਲ ਜਗ੍ਹਾ ਲੈ ਲਈ, ਉੱਥੇ ਦੁਕਾਨ ਉਹਨਾਂ ਦੀ ਵਸ ਜੂਗੀ। ਸੋ ਦਿਸ ਇਜ਼ ਹਾਊ ਦ ਸਿਟੀਜ਼ ਇਵੋਲਵ। ਤੇ ਮਾਈਗ੍ਰੇਸ਼ਨ ਫਰੋਮ all around the area in a proximity of 300 kilometers is happening into the city. Everybody has bought something here for their next generations, ਕਿਉਂਕਿ ਤੇ facilities ਤੇ core infrastructure ਆਲੇ ਦੁਆਲੇ ਨਾਲੋਂ ਬਹੁਤ ਵਧੀਆ ਹੈ। proximity ਵਧੀਆ, ਹਵਾ ਵਧੀਆ ਹੈ, ਪਾਣੀ ਦਾ ਸੋਰਸ ਹੈਗਾ ਹੈ, which is the basic requirement for any civilization to thrive. ਤੇ ਹਾਂਜੀ, fundamentally we are on the right track. ਤੇ in next 10 years, yes, lot of influx of people from all around India is gonna happen here. IT jobs create ਹੋਣੀਆਂ ਨੇ, ਨਵੇਂ IT parks develop ਹੋ ਰਹੇ ਨੇ, ਉਹਦੇ ਕਰਕੇ ਅੱਗੇ further new housing development ਆਣੀ ਹੈ, ਤੇ accordingly ਫਿਰ ਉਹ ਚੀਜ਼ਾਂ ਨੂੰ sustain ਕਰਨ ਵਾਸਤੇ master plans plan ਹੋਣੇ ਨੇ। So the city has a bright future. ਭਾਜੀ, ਮਤਲਬ ਮੈਂ ਥੋੜਾ ਜਿਹਾ ਕੁਐਸਚਨ ਮੈਂ ਪੁੱਛਣਾ ਚਾਹਾਂਗਾ। ਤੁਸੀਂ ਕਹਿ ਰਹੇ ਹੋ ਕਿ ਸਿਟੀ ਹੈਜ਼ ਅ ਬ੍ਰਾਈਟ ਫਿਊਚਰ। ਮੈਂ ਦੇਖ ਰਿਹਾ ਪਿਛਲੇ 5 ਸਾਲ 'ਚ ਮੋਹਾਲੀ 'ਚ, ਨਿਊ ਚੰਡੀਗੜ੍ਹ 'ਚ ਬੇਇੰਤਹਾ ਕੰਸਟਰਕਸ਼ਨ ਚੱਲੇ ਜਾ ਰਹੀ ਹੈ। ਬਹੁਤ ਸਾਰੇ ਫਲੈਟਸ ਬਣ ਰਹੇ ਹੈ, ਹਰ ਬਿਲਡਰ ਦੇ ਫਲੈਟਸ ਬਣੇ ਜਾ ਰਹੇ ਹੈ। ਇੰਨੇ ਫਲੈਟਸ ਦੀ ਮੋਹਾਲੀ ਨੂੰ ਲੋੜ ਹੈਗੀ ਹੈ ਐਕਚੁਅਲ 'ਚ? ਬੜਾ ਵਧੀਆ ਸਵਾਲ ਤੁਸੀਂ ਪਾਇਆ, ਪਰ ਮੈਂ ਸਿਰਫ ਇੱਕ ਸਵਾਲ ਤੁਹਾਨੂੰ ਪਾਉਣਾ ਚਾਹੂੰਗਾ। ਜਿਹੜਾ ਫਲੈਟ ਰੈਡੀ ਹੋ ਗਿਆ, ਅਨਓਕਿਊਪਾਈਡ ਹੈ ਕੋਈ ਅਵੇਲੇਬਲ? ਤੁਸੀਂ ਅੱਜ ਫਲੈਟ ਲੈਣਾ ਹੋਵੇ ਆਪਣੇ ਰਹਿਣ ਵਾਸਤੇ, ਮਿਲਦਾ ਸੌਖਾ? ਨਹੀਂ। ਸੋ ਦਿਸ ਆਨਸਰਸ ਯੋਰ ਕੁਐਸਚਨ। ਦੇਰ ਜਿਹੜਾ ਡੇਟਾ ਕਹਿੰਦਾ ਹੈ, ਜਿਹੜੇ ਆਪਣੇ ਮਤਲਬ ਕੁਸ਼ਮਨ ਵਾਲਿਆਂ ਦੀ ਰਿਪੋਰਟਸ ਹੈਗੀਆਂ ਸਾਰੀਆਂ ਹੈਗੀਆਂ, ਦੇਰ ਇਜ਼ ਅ ਹਿਊਜ ਡਿਮਾਂਡ ਆਫ ਅਰਬਨ ਹਾਊਸਿੰਗ ਇਨ ਅਰਾਊਂਡ ਸਿਟੀ। ਦੇਰ ਇਜ਼ ਅ ਡਿਮਾਂਡ, ਦੈਟਸ ਵਾਈ ਇੰਨੇ ਘਰ ਬਣ ਰਹੇ ਨੇ। ਇਹਦੇ ਵਾਸਤੇ ਉਹ ਘਰਾਂ ਨੇ ਜਿਵੇਂ ਜਿਵੇਂ ਇਨਫਰਾਸਟਰਕਚਰ ਬਿਲਡ ਹੋਣਾ ਹੈ, ਉਹ ਆਕਿਊਪਾਈ ਹੋਣਾ ਹੈ, ਜੌਬਸ ਕ੍ਰੀਏਟ ਹੋਣੀਆਂ ਨੇ। ਜਿਵੇਂ ਆਪਣੇ ਪਹਿਲਾਂ ਇੱਥੇ ਟ੍ਰੈਂਡ ਹੁੰਦਾ ਸੀਗਾ ਕਿ ਪੰਜਾਬ ਤੋਂ ਲੋਕੀ ਬਾਹਰ ਜਾਂਦੇ ਸੀਗੇ, ਹੁਣ ਬਾਹਰ ਵੀ ਜੌਬਸ ਦਾ ਮਤਲਬ ਬੁਰਾ ਹਾਲ ਹੈ, ਨੋ ਜੌਬਸ। ਸੋ ਇਹਦੇ ਵਾਸਤੇ ਦੇਰ ਇਜ਼ ਓਪਰਚੁਨਿਟੀ। ਪਹਿਲਾਂ ਕਿੰਨੇ ਇੱਕ ਪੰਜਾਬੀ ਬੰਦੇ ਸੀਗੇ ਜਿਹੜੇ ਕੰਮ ਕਰਕੇ ਰਾਜ਼ੀ ਹੁੰਦੇ ਸੀਗੇ, ਬਟ ਨਾਓ ਦ ਟਾਈਮਸ ਹੈਵ ਚੇਂਜਡ। ਹੁਣ ਯੂ ਕੈਨ ਆਫਨ ਸੀ ਦੀਜ਼ who earlier used to work as farm laborers, they are working as security guards in different locations. ਤੇ ਜੋ ਹੁਣ malls ਬਣਨਗੇ, ਕਮਿਊਨਿਟੀਜ਼ ਬਣਨਗੀਆਂ, ਹਾਊਸਿੰਗ ਡਿਵੈਲਪਮੈਂਟਸ ਹੋਣਗੀਆਂ, ਤਾਂ ਆਟੋਮੈਟਿਕਲੀ ਜੌਬਸ ਕ੍ਰੀਏਟ ਹੋਣੀਆਂ ਨੇ। ਜਦੋਂ ਇੱਕ ਫਲਾਈਟ ਲੈਂਡ ਹੁੰਦੀ ਹੈ, ਅਰਾਊਂਡ 150 people get employed directly or indirectly, ਕਿਉਂਕਿ ਉਨਾ ਹੀ ਕੇਟਰਿੰਗ ਸਰਵਿਸਿਜ਼ ਦੀ ਰਿਕੁਆਇਰਮੈਂਟ ਆਉਂਦੀ ਹੈ, ਉਹਨਾਂ ਦਾ ਸਪੋਰਟ ਸਟਾਫ ਹੁੰਦਾ ਹੈ। ਸੋ ਇਹ ਸਾਰੇ ਜਿਹੜੇ ਡੇਟਾਜ਼ ਹੈਗੇ ਨੇ, ਇਹਨਾਂ ਦਾ ਮਿਕਸ ਐਂਡ ਮੈਚ ਕਰਕੇ ਸਿਟੀ ਨੇ ਗਰੋ ਹੋਣਾ ਹੈ, opportunities to earn livelihood ਆਣੀਆਂ ਨੇ, ਤੇ ਸਿਟੀ ਨੇ ਗਰੋ ਕਰਨਾ ਹੈ। So this is a vicious cycle and we are already on the track for that development. ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿੰਨੀ ਵੀ ਕੰਸਟਰਕਸ਼ਨ ਹੋ ਜਾਏ ਅਜੇ ਉਹ ਥੋੜੀ ਹੈ, ਸਭ ਆਕਿਊਪਾਈ ਹੋ ਜਾਏਗਾ? Yes, with the influx of people that is happening from all around Punjab, north of Haryana, Delhi, J&K, ਇਹ ਸਾਰੇ ਪਾਸੇ ਇੱਥੇ ਹੀ ਲੋਕੀ ਆਪਣਾ ਪੈਸਾ ਇਨਵੈਸਟ ਕਰ ਰਹੇ ਨੇ। ਤੇ ਅਗਰ ਫਿਰ ਮੈਂ ਤੁਹਾਡੇ ਤੋਂ ਪੁੱਛਾਂ ਕਿ ਅਗਰ ਮੰਨ ਲਓ ਕਿਸੇ ਬੰਦੇ ਨੇ ਇਨਵੈਸਟ ਕਰਨਾ ਹੈ, ਤਾਂ ਉਹ ਕੀ ਪੈਰਾਮੀਟਰਸ ਜੋ ਕੰਸੀਡਰ ਕਰਨੇ ਚਾਹੀਦੇ ਆ ਉਸ ਬੰਦੇ ਨੂੰ ਵਾਈਲ ਮੇਕਿੰਗ ਦੈਟ ਇਨਵੈਸਟਮੈਂਟ? ਦੇਖੋ ਜੀ, ਜਿਹੜੀ ਇੱਕ ਬੇਸਿਕ ਸੋਚ ਹੈਗੀ ਹੈ, ਇੱਕ ਦੁਕਾਨ ਜਿਹਨੂੰ ਆਪਾਂ ਕਮਰਸ਼ੀਅਲ ਐਂਟੀਟੀ ਕਹਿ ਦਿੰਦੇ ਆ, ਤੇ ਇੱਕ ਘਰ ਵਿਚ ਕੈਨ ਬੀ ਇਨ ਫਾਰਮ ਆਫ ਪਲਾਟ ਜਿਹਦੇ ਤੇ ਘਰ ਬਣ ਸਕਦਾ ਹੋਵੇ ਜਾਂ ਫਲੈਟ। ਤੇ ਇਹ ਤਾਂ ਬੇਸਿਕ ਰਿਕੁਆਇਰਮੈਂਟ ਰਹਿਣੀ ਹੈ ਹਰੇਕ ਦੀ। ਫਸਟ ਪਹਿਲਾਂ ਇਹ ਸੈਕਿੰਡ ਹੋਮ ਹੋਣਾ ਹੈ,
ਉਸ ਤੋਂ ਬਾਅਦ ਆਟੋਮੈਟਿਕਲੀ ਜਦੋਂ ਇੱਥੇ ਓਪਰਚੁਨਿਟੀਜ਼ ਆਉਂਦੀਆਂ ਨੇ, ਬਿਕੋਜ਼ ਜਿਹਨੇ ਵੀ ਇੱਥੇ ਮੂਵ ਕਰਨਾ, ਉਹਨੇ ਮੂਵ ਹੋਣ ਦਾ ਉਹਦਾ ਪਰਪਸ ਕੀ ਹੈ, ਉਹਦਾ ਰੀਜ਼ਨ ਕੀ ਹੈ? ਫॉर ਅ ਬ੍ਰਾਈਟਰ ਫਿਊਚਰ। ਬ੍ਰਾਈਟਰ ਫਿਊਚਰ ਵਿੱਚ ਕੀ ਹੈ? ਬੈਟਰ ਸਕੂਲਸ, ਬੈਟਰ ਯੂਨੀਵਰਸਿਟੀਜ਼, ਠੀਕ ਹੈ ਜੀ, ਬੈਟਰ ਹੈਲਥ ਕੇਅਰ। ਤੇ ਉਹ ਸਾਰੀਆਂ ਚੀਜ਼ਾਂ ਕਰਕੇ ਸਿਟੀਜ਼ ਨੇ ਇਵੋਲਵ ਕਰਨਾ ਹੀ ਹੈ। ਤੇ ਜਿਹੜੀ ਇਸ ਟਾਈਮ ਹਾਈ ਪੋਟੈਂਸ਼ੀਅਲ ਜ਼ੋਨ 'ਚ ਬੈਠਾ ਹੈ ਉਹ ਸਾਡਾ ਸ਼ਹਿਰ ਮੋਹਾਲੀ ਹੈ। ਬਹੁਤ ਸਹੀ ਕਿਹਾ ਭਾਜੀ ਤੁਸੀਂ। ਭਾਜੀ ਮੇਰਾ ਨਾ ਇੱਕ ਛੋਟਾ ਜਿਹਾ ਕੁਐਸਚਨ ਹੈ, ਤੁਸੀਂ ਅੱਜ ਰੀਅਲ ਐਸਟੇਟ ਤੋਂ ਆਏ ਹੋ, ਤੁਸੀਂ ਬਹੁਤ ਜ਼ਿਆਦਾ ਐਕਸਪੀਰੀਅੰਸ ਕੈਰੀ ਕਰਦੇ ਹੋ। ਮੈਂ ਦੇਖਿਆ ਦੁਬਈ 'ਚ, ਸਿੰਗਾਪੁਰ 'ਚ ਬਹੁਤ ਜ਼ਿਆਦਾ ਕੰਸੈਪਟ ਰੀਅਲ ਐਸਟੇਟ ਹੁੰਦਾ ਹੈ, ਪਰ ਮੈਂ ਇੰਡੀਆ 'ਚ ਵੀ ਘੱਟ ਦੇਖਿਆ, ਮੈਂ ਮੋਹਾਲੀ 'ਚ ਵੀ ਬਹੁਤ ਘੱਟ ਦੇਖਿਆ। ਮੈਂ ਗਲਤ ਹੋ ਸਕਦਾ, ਅਗਰ ਮੈਂ ਗਲਤ, ਮੈਨੂੰ ਠੀਕ ਕਰ ਦਿਓ ਕਿ ਮੋਹਾਲੀ 'ਚ ਕੰਸੈਪਟ ਰੀਅਲ ਐਸਟੇਟ ਐਗਜ਼ਿਸਟ ਕਰਦਾ ਹੈ। ਯੈਸ, ਜਿੰਨੇ ਵੀ ਸਾਡੇ ਮਾਸਟਰ ਪਲਾਨਸ ਨੇ, ਜੇ ਤੁਸੀਂ ਉਹਨਾਂ ਨੂੰ ਮਾਈਨਿਊਟਲੀ ਸਟੱਡੀ ਕਰੋ, ਤੇ ਜਿਹੜੇ ਇਹਨਾਂ ਨੇ ਕਨਸੈਪਟਸ ਕੱਢੇ ਨੇ, ਹੁਣ ਤੁਸੀਂ ਇਹਨਾਂ ਨੇ ਤਾਂ ਨਾਂ 'ਚ ਹੀ ਸਾਰਾ ਕੁਝ ਪਾਤਾ, ਇਕੋ ਸਿਟੀ 1, ਇਕੋ ਸਿਟੀ 2। ਮਤਲਬ ਇਕੋ ਸਿਟੀ ਕਿਉਂ? ਕਿਉਂਕਿ ਇਕੋਲੋਜੀਕਲੀ ਸੈਂਸਿਟਿਵ ਏਰੀਆ 'ਚ ਜਿੱਥੇ ਏਅਰ ਕੁਆਲਿਟੀ ਇੰਡੈਕਸ ਚੰਗਾ ਹੈ, ਉਹ ਏਰੀਆਜ਼ 'ਚ ਉਹ ਚੀਜ਼ ਡਿਵੈਲਪ ਹੋਈ ਹੈ, ਠੀਕ ਹੈ ਜੀ। ਫਿਰ ਮੈਡੀ ਸਿਟੀ, ਉੱਥੇ ਸਾਰੀਆਂ ਮੈਡੀਕਲ ਫੈਸਿਲਿਟੀਜ਼ ਨੇ, ਸਾਰੇ ਹਸਪੀਟਲਸ ਨੇ। ਦਿਸ ਇਜ਼ ਕਨਸੈਪਟ ਰੀਅਲ ਐਸਟੇਟ। ਉੱਥੇ ਜਿੰਨੀ ਵੀ ਹਾਊਸਿੰਗ ਆ, ਉਹਦੇ ਆਲੇ ਦੁਆਲੇ ਸਾਰੇ ਡਾਕਟਰਸ ਦੇ ਰੈਜ਼ੀਡੈਂਸਿਸ ਹੋਣਗੇ, ਜਾਂ ਹੈਲਥ ਕੇਅਰ ਜਿਹੜੇ ਸਰਵਿਸਿਜ਼ ਦਿੰਦੇ ਨੇ। ਉਸ ਤਰ੍ਹਾਂ ਹੀ ਹੁਣ ਜਿਹੜਾ ਬਨੂੜ ਏਰੀਆ ਹੈਗਾ ਹੈ, ਇਹ ਸਾਰਾ ਨੌਲੇਜ ਸਿਟੀ, ਇੱਥੇ ਤੁਸੀਂ ਦੇਖੋ ਆਪਣਾ ਚਿਤਕਾਰਾ ਯੂਨੀਵਰਸਿਟੀ, ਉੱਥੇ 5-6 ਯੂਨੀਵਰਸਿਟੀਜ਼ ਆਈਆਂ ਨੇ, ਉਹ ਸਾਰਾ ਐਜੂਕੇਸ਼ਨ ਜ਼ੋਨ ਹੀ ਉਹਨਾਂ ਨੇ ਮਾਰਕ ਕੀਤਾ ਹੋਇਆ ਹੈ। ਸੋ ਦਿਸ ਇਜ਼ ਹਾਊ ਦਿਸ ਕਨਸੈਪਟ ਰੀਅਲ ਐਸਟੇਟ ਇਜ਼ ਬਿੰਗ ਬਿਲਡ ਅਰਾਊਂਡ ਮੋਹਾਲੀ। IT ਸਿਟੀ, ਉੱਥੇ ਸਾਰੀ IT ਕੰਪਨੀਜ਼ ਨੂੰ ਹੀ ਪਲਾਟਸ ਮਿਲੇ ਨੇ, ਉੱਥੇ ਉਹੋ ਜਿਹੇ ਲੋਕਾਂ ਨੇ ਰਹਿਣਾ ਹੈ। ਜਿਹੜਾ ਮੋਹਾਲੀ ਪੁਰਾਣਾ ਹੈਗਾ ਆ, ਉੱਥੇ ਇਹਨਾਂ ਨੇ ਫੋਕਸ ਕੀਤਾ ਸੀਗਾ ਹੈਲਥ ਕੇਅਰ ਦੇ ਉੱਤੇ, ਇਹਦੇ ਵਾਸਤੇ ਤੇ ਹਸਪੀਟਲਸ ਹੈਗੇ ਨੇ। ਜਦੋਂ ਫੋਰਟਿਸ ਨੂੰ ਇੱਥੇ ਜ਼ਮੀਨ ਅਲਾਟ ਹੋਈ ਸੀਗੀ, ਤੇ ਉਹ ਐਵਰੀ ਸੈਕਟਰ ਹੈਜ਼ 2 to 3 ਹਸਪੀਟਲਸ ਇਨ ਮੋਹਾਲੀ। ਤੇ ਉਹ ਚੀਜ਼ਾਂ ਉਸ ਹਿਸਾਬ ਨਾਲ ਹੀ ਡਿਵੈਲਪ ਹੋਈਆਂ, ਕਿਉਂਕਿ ਇੱਥੇ ਐਲਡਰਲੀ ਲੋਕਾਂ ਨੇ ਰਹਿਣਾ, ਤੇ ਉਹਨਾਂ ਨੂੰ ਅੱਗੇ ਹੈਲਥ ਕੇਅਰ ਫੈਸਿਲਿਟੀ ਚਾਹੀਦੀ ਇੱਥੇ, ਕਿਉਂਕਿ ਜਿਹੜਾ ਪੁਰਾਣੇ ਮੋਹਾਲੀ 'ਚ ਦੇਰ ਇਜ਼ ਅ 올ਡਰ ਪੋਪੂਲੇਸ਼ਨ, ਬਟ ਜਿਹੜਾ ਨਿਊ ਮੋਹਾਲੀ ਉੱਥੇ ਸਾਰੀ ਨਵੀਂ ਪੋਪੂਲੇਸ਼ਨ ਆ ਰਹੀ ਹੈ, ਨਿਊ ਮਤਲਬ ਯੰਗ ਪੋਪੂਲੇਸ਼ਨ ਆ ਰਹੀ ਹੈ। ਤੇ ਉਹ ਆਟੋਮੈਟਿਕਲੀ ਉਹ ਚੀਜ਼ਾਂ ਨੂੰ ਇਨ ਪਲੇਸ ਰੱਖ ਕੇ ਹੀ ਚੀਜ਼ਾਂ ਡਿਵੈਲਪ ਹੋ ਰਹੀਆਂ ਨੇ। ਬਹੁਤ ਇੰਟਰਸਟਿੰਗ ਇਨਸਾਈਟ ਦਿੱਤਾ। ਮੈਨੂੰ ਲੱਗਦਾ ਸੀ ਕਿ ਮੋਹਾਲੀ 'ਚ ਬਸ ਬਿਲਡਰ ਪਲਾਟ ਕੱਟ ਰਹੇ, ਫਲੈਟ ਬਣਾ ਰਹੇ, ਕੰਸੈਪਟ ਨਾਮ ਦੀ ਕੋਈ ਚੀਜ਼ ਨਹੀਂ ਹੈ। ਔਰ ਤੁਸੀਂ ਮੈਨੂੰ ਬਹੁਤ ਅੱਛਾ ਇੰਟਰਸਟਿੰਗ ਐਸਪੈਕਟ ਦਿੱਤਾ ਕੰਸੈਪਟ ਰੀਅਲ ਐਸਟੇਟ ਦਾ। ਹਾਂਜੀ, ਉਸ ਜੇ ਕਨਸੈਪਟ ਨਹੀਂ ਹੋਊਗਾ ਤਾਂ ਰੀਅਲ ਐਸਟੇਟ ਦਾ ਕੋਈ ਪਰਪਸ ਹੀ ਨਹੀਂ ਹੈ। ਕਨਸੈਪਟ ਪਹਿਲਾਂ ਆਉਂਦਾ ਹੈ, ਉਸ ਤੋਂ ਬਾਅਦ ਉਹ ਡਿਫਾਈਨ ਕੀਤਾ ਜਾਂਦਾ ਹੈ ਕਿ ਕੀ ਸਟ੍ਰੈਟਜੀਜ਼ ਅਰਾਊਂਡ ਉਹ ਕਨਸੈਪਟ ਨੂੰ ਅਸੀਂ ਲਿਵ ਕਰਨਾ, ਤੇ ਆਟੋਮੈਟਿਕਲੀ ਫਿਰ ਉਸ ਤਰ੍ਹਾਂ ਦੀਆਂ ਚੀਜ਼ਾਂ ਉੱਥੇ ਹੋਣ ਲੱਗ ਪੈਂਦੀਆਂ ਨੇ। ਭਾਜੀ ਯੂ ਆਰ ਅ ਵਿਜ਼ਨਰੀ ਇਨ ਦ ਰੀਅਲ ਐਸਟੇਟ। ਅਗਰ ਮੈਂ ਬੋਲਾਂ ਕਿ ਕੋਈ ਕੰਸੈਪਟ ਬਿਲਡਿੰਗ ਹੈ, ਇੱਕ ਚੀਜ਼ ਤੁਸੀਂ ਡਿਜ਼ਾਈਨ ਕਰਨੀ ਹੈ, ਜਿੰਦੇ 'ਚ ਯੂ ਹੈਵ ਆਲ ਦ ਕ੍ਰੀਏਟਿਵ ਫਰੀडम ਯੂ ਕੈਨ ਥਿੰਕ ਆਫ, ਕੀ ਡਿਜ਼ਾਈਨ ਕਰਨਾ ਚਾਹੋਗੇ ਤੇ ਕਿਵੇਂ ਦਾ ਦਿਖੇ, ਕੀ ਚੀਜ਼ ਹੋਏਗੀ ਉਹ? ਦੇਖੋ, ਜਿਹੜੀ ਕਲੋਜ਼ੈਸਟ ਥਿੰਗ ਡਿਵੈਲਪ ਹੋਈ ਹੈ ਆਪਣੇ ਟਰਾਈ ਸਿਟੀ ਦੇ ਵਿੱਚ, ਉਹ ਕੁਆਕ ਸਿਟੀ ਹੈ। ਜਿਹੜਾ ਉਹਦਾ ਵਿਜ਼ਨ ਸੀਗਾ ਉਹਨਾਂ ਦੇ ਪ੍ਰਮੋਟਰ ਦਾ, ਉਹ ਚੀਜ਼ਾਂ ਨੂੰ ਦੇਖੋ 2004 ਵਿੱਚ ਉਹ ਲੈਂਡ ਅਲਾਟ ਹੋਈ ਸੀ ਉਹਨਾਂ ਨੂੰ, ਤੇ ਵੀ ਆਰ ਸਿਟਿੰਗ ਇਨ 2025, 20 years ਹੈਂਸ ਉੱਥੇ ਉਹਨਾਂ ਦੀ ਆਫਿਸ ਬਿਲਡਿੰਗ ਰੈਡੀ ਹੈ, ਹਾਈ ਰਾਈਜ਼ ਅਪਾਰਟਮੈਂਟਸ ਰੈਡੀ ਨੇ। ਹੁਣ ਲੋਕੀ ਉਹਨੂੰ ਕਹਿੰਦੇ ਇਟਸ ਅਨਸਕਸੈਸਫੁਲ ਪ੍ਰੋਡਕਟ, ਪਰ ਜਿਹੜੇ ਉਹਨਾਂ ਦੇ ਪ੍ਰਮੋਟਰ ਨੇ, ਦੇ ਹੈਵ ਸੱਚ ਅ ਨੀਸ਼ ਆਫ ਟਾਈਪ ਆਫ ਪੀਪਲ ਹੂ ਆਰ ਗੋਣਾ ਕਮ ਐਂਡ ਲਿਵ ਦੇਅਰ, ਠੀਕ ਹੈ ਜੀ। ਉਹ ਚੀਜ਼ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਸੈਗਮੈਂਟ ਕੀਤਾ ਹੋਇਆ, ਠੀਕ ਹੈ। ਮਤਲਬ ਦੇਰ ਆਰ, if it's a apartment building, they make sure that people live quality life there. ਅੱਜ ਵੀ ਜੇ ਤੁਸੀਂ ਉੱਥੇ ਜਾ ਕੇ ਜੇ ਡੇਟਾ ਸਟੱਡੀ ਕਰੋ, ਜਿੰਨੇ ਵੀ ਫੋਰਨ ਡੈਲੀਗੇਸ਼ਨਸ ਇੱਥੇ ਟਰਾਈ ਸਿਟੀ 'ਚ ਕੰਮ ਕਰ ਰਹੀਆਂ ਨੇ, ਉਹ ਸਾਰੀਆਂ ਦਾ ਰੈਜ਼ੀਡੈਂਸ਼ੀਅਲ ਕੰਪਲੈਕਸ ਕੁਆਕ ਸਿਟੀ ਵਾਲਾ ਆਫਿਸ ਰੈਜ਼ੀਡੈਂਸ਼ੀਅਲ ਟਾਵਰ ਹੈ। ਇਟ ਮਾਈਟ ਬੀ ਨਿਊਜ਼ ਫॉर ਯੂ, ਬਟ ਲੇਟਲੀ ਲਾਈਕ ਆਈ ਮੇਡ ਫਰੈਂਡਸ ਵਿਦ ਅ ਫਿਊ ਪੀਪਲ, ਔਰ ਰਫਾਲ ਦੀ ਜਦੋਂ ਡੀਲਸ ਹੋਈਆਂ ਸੀਗੀਆਂ, ਸੋ ਦੇ ਵਰ ਫ੍ਰੈਂਚ ਪੀਪਲ ਹੂ ਵਰ ਹੇਅਰ ਇਨ ਟਾਊਨ ਐਂਡ ਆਈ ਹੈਪਨ ਟੂ ਸਪੈਂਡ ਟਾਈਮ ਵਿਦ them. They agreed to live in the Quark building rather than staying in houses in rented accommodations in Chandigarh, ਕਿਉਂਕਿ they felt safe and they felt home there. ਤੇ ਇਹਦੇ ਵਾਸਤੇ ਉਹ ਇੱਕ ਪ੍ਰੋਜੈਕਟ ਹੈਗਾ ਜਿਹੜਾ ਇੱਕ ਵਿਜ਼ਨਰੀ ਨੇ ਡਿਵੈਲਪ ਕੀਤਾ, ਬਿਕੋਜ਼ ਹੀ ਹੈਡ ਦ ਵਿਜ਼ਨ ਆਫ ਨਾਰਥ ਆਫ ਅਮਰੀਕਾ। ਉੱਥੋਂ ਵੀ ਮਿਸਟਰ ਫਰੈਡ ਇਬਰਾਹਿਮੀ, ਹੀ ਇਜ਼ ਡੂਇੰਗ ਰੀਅਲ estate there as well, but his vision could not be taken further for whatever XYZ reasons, the bureaucracy, the red tapeism, that is a separate subject. But had he been given a free hand, he would have done wonders to the city. And yes,
ਪ੍ਰਸ਼ਨ ਪਾਓ ਦੁਆਰਾ। ਭਾਜੀ ਪਰ ਮੈਂ ਇਹ ਪੁੱਛ ਰਿਹਾ ਤੁਹਾਨੂੰ ਅਗਰ ਸਾਰੀ ਕ੍ਰੀਏਟਿਵ ਫਰੀडम ਦੇ ਦਿੱਤੀ ਤੁਸੀਂ ਕੀ ਕਰੋਗੇ? ਕੁਆਕ ਵਾਲਿਆਂ ਨੇ ਇੱਕ ਐਗਜ਼ਾਮਪਲ ਸੈੱਟ ਕਰਤਾ ਅਮੇਜ਼ਿੰਗ, ਤੁਸੀਂ ਕੀ ਕਰੋਗੇ? ਮੈਂ ਤੁਹਾਡਾ ਓਪੀਨੀਅਨ ਜਾਨਣਾ ਚਾਹ ਰਿਹਾ, ਮੈਂ ਹੈਰੀ ਕੋਰੀ ਦਾ ਓਪੀਨੀਅਨ ਜਾਨਣਾ ਚਾਹ ਰਿਹਾ। So for that, the real estate in Dubai really inspires me. So in Dubai, there is a community by the name Jumeirah Islands. That is something what I would replicate. It's a community of 800 houses with beautiful walking tracks and all the basic amenities for overall development of a human being from a child to an adult. Child parks, horse riding club, all the sports, everything is in there in that community. And every house is facing water, which is very calming. There are fountains which are operational most of the time. There are beautiful restaurants around that area, and it's a gated community. That is something what I would like to create if I am given a free hand. ਇਮੇਜਿਨ ਕਰ ਰਿਹਾ ਭਾਜੀ ਕਿੰਨਾ ਪਿਆਰਾ ਲੱਗੇਗਾ ਇਹ ਜਗ੍ਹਾ ਜਦੋਂ ਬਣ ਜਾਏਗੀ, ਅਗਰ ਐਵੇਂ ਤਾਂ ਕੁਝ ਬਣ ਜੇ ਤਾਂ। We can fly out to Dubai anytime and we can experience it ਲੈਟਸ ਕ੍ਰੀਏਟ ਇਟ ਇਨ ਮੋਹਾਲੀ। for sure. ਸੋ ਭਾਜੀ ਲਾਸਟ ਕੁਐਸਚਨ ਫॉर द ਈਵਨਿੰਗ ਐਂਡ ਅ ਕ੍ਰਿਟੀਕਲ ਵਨ। ਭਾਜੀ ਜਦੋਂ ਵੀ ਕੋਈ ਵੀ ਬੰਦਾ ਫਲੈਟ ਖਰੀਦਣ ਜਾਂਦਾ ਹੈ ਜਾਂ ਕੁਝ ਵੀ ਖਰੀਦਣ ਜਾਂਦਾ ਹੈ ਰੀਅਲ ਏਸਟੇਟ 'ਚ, everyone says that we are the best and they always sell the things ਕਿ ਇਹ ਵੀ ਪੋਜ਼ਿਟਿਵ ਹੈ, ਇਹ ਵੀ ਅੱਛਾ ਹੈ, ਇਹ ਵੀ ਅੱਛਾ, ਸਭ ਕੁਝ ਅੱਛਾ 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 ਦੱਸਦੇ ਹੈ। ਸੋ ਵਾਟ ਆਰ ਦ ਰਾਈਟ ਸੈਟ ਆਫ ਕੁਐਸਚਨਸ ਜੋ ਇੱਕ ਬੰਦਾ ਪੁੱਛੇ ਕਿ ਉਹਨੂੰ ਪਤਾ ਚੱਲ ਜਾਏ ਕਿ ਉਹ ਜਗ੍ਹਾ ਉਸ ਬੰਦੇ ਵਾਸਤੇ ਰਾਈਟ ਫਿਟ ਹੈ ਕਿ ਨਹੀਂ ਹੈ। ਮੈਂ ਨਹੀਂ ਕਹਿ ਰਿਹਾ ਕੋਈ ਜਗ੍ਹਾ ਗਲਤ ਹੈ, ਕੋਈ ਬਿਲਡਰ ਗਲਤ ਹੈ, ਬਟ ਉਸ ਬੰਦੇ ਵਾਸਤੇ, ਉਸ ਐਂਡ ਯੂਜ਼ਰ ਵਾਸਤੇ ਉਹ ਜਗ੍ਹਾ ਸਹੀ ਹੈ ਕਿ ਨਹੀਂ ਹੈ। ਐਵੇਂ ਦੀ ਕੀ ਚੀਜ਼ਾਂ ਉਹ ਪੁੱਛੇ ਕਿ ਉਹ ਬੰਦਾ ਡਿਸਾਈਡ ਕਰ ਪਾਏ। ਜਿਹੜਾ ਤੁਹਾਡਾ ਕੁਐਸਚਨ ਹੈਗਾ ਹੈ that is centric to the fact ਕਿ ਓਵਰ ਮਾਰਕੀਟਿੰਗ ਕਰਕੇ ਹਰ ਬੰਦੇ ਨੇ ਆਪਣੇ ਪ੍ਰੋਜੈਕਟ ਨੂੰ ਵਧੀਆ ਕਹਿ ਕੇ ਲੋਕਾਂ ਨੂੰ ਕਨਫਿਊਜ਼ ਕਰਤਾ। ਤੇ the main thing that needs to be understood is that who's the mind behind that concept. ਉਹਨਾਂ ਦੀ ਬੈਕਗਰਾਉਂਡ ਕੀ ਹੈ, ਉਹਨਾਂ ਦਾ ਥਾਟ ਪ੍ਰੋਸੈਸ ਕੀ ਹੈ, ਉਹ ਇਹ ਕੰਮ ਕਿਉਂ ਕਰ ਰਹੇ ਨੇ, ਪਰਪਸ ਕੀ ਹੈ। ਉਸ ਤੋਂ ਬਾਅਦ ਪਹਿਲਾਂ ਪ੍ਰਮੋਟਰ ਦੀ ਸਾਰੀ ਅੰਡਰਸਟੈਂਡਿੰਗ ਕਰਨੀ ਚਾਹੀਦੀ ਹੈ। ਇਟ ਇਜ਼ ਜਸਟ ਲਾਈਕ ਹੁਣ ਰਤਨ ਟਾਟਾ ਸਰ ਇਜ਼ ਨੋ ਮੋਰ, ਪਰ ਅੱਜ ਵੀ ਜੇ ਉਹਨਾਂ ਦਾ ਨਾਂ ਕਿਤੇ ਕਿਸੇ ਰੀਅਲ ਏਸਟੇਟ ਪ੍ਰੋਜੈਕਟ ਵਿੱਚ ਆ ਜਾਵੇ ਤੇ ਪੀਪਲ ਵਿਲ ਬਾਈ ਇਟ ਬਲਾਈਂਡਲੀ। ਉਹ ਕਿਉਂ? ਕਿਉਂਕਿ ਉਹ ਲੈਗੇਸੀਜ਼ ਕ੍ਰੀਏਟ ਹੋਈਆਂ ਨੇ, ਉਹਨਾਂ ਦੇ ਥਾਟ ਪ੍ਰੋਸੈਸਿਸ ਨੂੰ ਸਿਸਟਮ 'ਚ ਇਨਕਲਕੇਟ ਕੀਤਾ ਹੋਇਆ ਹੈ। ਤਾਂ ਸਿਮਿਲਰਲੀ ਮੂਵਿੰਗ ਫਾਰਵਰਡ ਪਹਿਲਾਂ ਤਾਂ ਸਾਨੂੰ ਪ੍ਰੋਪਰ ਅੰਡਰਸਟੈਂਡਿੰਗ ਚਾਹੀਦੀ ਹੈ ਕਿ ਜੋ ਇਹ ਪ੍ਰਮੋਟਰ ਕਹਿ ਰਿਹਾ ਉਹ ਕਰੂਗਾ। ਉਹਦੇ ਵਾਸਤੇ ਆਪਾਂ ਕਹਿੰਦੇ ਨੇ ਸਮਾਂ ਦੱਸੂਗਾ। ਹੁਣ ਇੱਕ ਜਨਰੇਸ਼ਨ ਵਿੱਚ ਬੰਦਾ ਆਪਣੇ ਪੈਸੇ ਇਕੱਠੇ ਕਰਕੇ ਇੱਕ ਕਿਸੇ ਨੂੰ ਦੇ ਦਿੰਦਾ ਹੈ, ਉਸ ਤੋਂ ਬਾਅਦ ਉਹ ਆਪਣੇ ਪੈਸੇ ਵਾਪਸ ਲੈਣ ਵਾਸਤੇ ਬੁੜਾ ਹੋ ਜਾਂਦਾ ਹੈ। ਸੋ ਦਿਸ ਇਜ਼ ਦ ਟ੍ਰੈਂਡ ਦੈਟ ਇਜ਼ ਗੋਇੰਗ ਔਨ। ਤਾਂ ਸਭ ਤੋਂ ਪਹਿਲਾਂ ਵੀ ਨੀਡ ਟੂ ਅੰਡਰਸਟੈਂਡ that if you are buying a real estate, you buy a real estate. Don't buy a scheme. If anybody is trying to tell you a scheme, then buy an insurance policy or invest in the stock market or mutual funds, right? If you want to invest in real estate, then buy something for what solves your purpose. Your gut will tell you the answer ki whether this investment is right for you or wrong for you. Follow your gut. ਉਹ ਡਿਸੀਜਨ ਲੈਣ ਤੋਂ ਪਹਿਲਾਂ ਤੁਸੀਂ ਜਿਹੜਾ ਵੀ ਪ੍ਰਮੋਟਰ ਹੈਗਾ ਉਹਦਾ ਲੈਂਡ ਸਟੇਟਸ ਚੈੱਕ ਕਰੋ ਕਿ ਉਹ ਲੈਂਡ ਐਗਜ਼ਿਸਟ ਕਰਦੀ ਹੈ, ਉਹ ਬਿਆਨੇ 'ਤੇ ਹੈ, ਰਜਿਸਟਰੀ 'ਤੇ ਹੈ। ਉਸ ਤੋਂ ਬਾਅਦ ਵਟਐਵਰ XYZ ਜਿਹੜਾ ਪ੍ਰਮੋਟਰ ਹੈਗਾ ਉਹਦੇ ਕੈਸ਼ ਫਲੋਜ਼ ਕਿਵੇਂ ਮੈਨੇਜ ਹੋਣੇ ਨੇ ਉਹ ਪ੍ਰੋਜੈਕਟ ਨੂੰ ਐਗਜ਼ੀਕਿਊਟ ਕਰਨ ਵਾਸਤੇ। ਉਸ ਤੋਂ ਬਾਅਦ ਮਾਰਕੀਟ ਦੇ ਉੱਤੇ ਬਹੁਤ ਚੀਜ਼ਾਂ ਡਿਪੈਂਡੈਂਟ ਹੁੰਦੀਆਂ ਨੇ, ਕਿਉਂਕਿ ਜਿਹੜੀ ਡਿਵੈਲਪਮੈਂਟ ਕੋਸਟ ਹੈ ਦੈਟਸ ਅ ਹਿਊਜ ਨੰਬਰ, ਕਿਉਂਕਿ ਕੋਸਟ ਆਫ ਕੰਸਟਰਕਸ਼ਨ ਵੀ ਜਾਣੀ ਹੈ। ਉਹ ਸਾਰੀਆਂ ਚੀਜ਼ਾਂ ਨੂੰ ਇਜ਼ ਦ ਪ੍ਰਮੋਟਰ ਕੇਪੇਬਲ ਇਨਫ ਟੂ ਹੈਂਡਲ ਆਲ ਦੀਜ਼ ਥਿੰਗਸ ਟੂ ਡਿਲੀਵਰ ਅ ਪ੍ਰੋਜੈਕਟ। ਪ੍ਰੀਵੀਅਸ ਰੈਕੋਰਡ ਕੀ ਹੈ ਉਹ ਬੰਦੇ ਦਾ? ਪ੍ਰੀਵੀਅਸ ਰੈਕੋਰਡ, ਯੈਸ ਇਟ ਸ਼ੁੱਡ ਬੀ ਅ ਬੈਂਚਮਾਰਕ, ਬਟ ਇਟ ਸ਼ੁੱਡ ਨਾਟ ਬੀ ਦੀ ਓਨਲੀ ਬੈਂਚਮਾਰਕ। ਠੀਕ ਹੈ, ਕਿਉਂਕਿ ਜੇ ਕੋਈ ਸਕਸੈਸਫੁਲ ਵੀ ਹੈ ਉਹਨੇ ਇੱਕ ਚੀਜ਼ ਸਕਸੈਸਫੁਲੀ ਕੀਤੀ ਅਤੇ ਉਸ ਤੋਂ ਬਾਅਦ ਉਹਨੇ ਉਹਨੂੰ ਆਪਣੀ ਹੈਬਿਟ ਬਣਾ ਲਿਆ। ਠੀਕ ਹੈ ਨਾ ਜੀ। ਇਹਦੇ ਵਾਸਤੇ ਉਹ ਚੀਜ਼ਾਂ ਵਿਦ ਟਾਈਮ ਕ੍ਰੀਏਟ ਹੁੰਦੀਆਂ ਰਹਿੰਦੀਆਂ ਨੇ, ਅਤੇ ਉਹ ਸਾਰੀ ਚੀਜ਼ਾਂ ਨੂੰ ਅੰਡਰਸਟੈਂਡ ਕਰਕੇ ਆਪਣੇ ਗੱਟ ਨੂੰ ਫੋਲੋ ਕਰਕੇ ਫਿਰ ਡਿਸੀਜਨ ਲਓ ਐਂਡ ਬਾਏ ਅ ਰੀਅਲ estate ਫॉर yourself. ਡੋਂਟ ਬਾਏ ਅ ਸਕੀਮ, ਬਾਏ ਰੀਅਲ estate. ਹਾਂ ਭਾਜੀ ਇੱਕ ਕੁਐਸਚਨ ਹੋਰ ਮੈਂ ਲਾਸਟ ਕਿਹਾ ਸੀਗਾ, ਮੈਨੂੰ ਇੱਕ ਚੀਜ਼ ਹੋਰ ਯਾਦ ਆ ਗਈ। ਵੀ ਫੋਰਗਟ ਟੂ ਡਿਸਕਸ, ਤੁਹਾਡੇ ਘਰ ਦੀ ਬਹੁਤ ਇੰਟਰਸਟਿੰਗ ਸਟੋਰੀ ਹੈ। ਯਰ ਹੋਮ ਵਾਜ਼ ਬਿਲਡ ਇਨ ਅ ਵੈਰੀ ਸ਼ਾਰਟ ਸਪੈਨ ਆਫ ਟਾਈਮ। ਉਹ ਕੋਠੀ ਤੁਸੀਂ
एक रिकॉर्ड टाइम्स बनाई है. आई वुड लाइक यू टू टेल ओनली स्टोरी की है. वन फाइन मॉर्निंग मैं एक डिसीजन ਲਿੱਤਾ ਕਿ ਮੈਂ ਹੁਣ ਮੋਹਾਲੀ ਮੂਵ ਕਰਨਾ ਕਿਉਂਕਿ ਬਹੁਤ ਜ਼ਿਆਦਾ ਟਾਈਮ ਵੇਸਟ ਹੁੰਦਾ ਸੀਗਾ ਟਰੈਵਲ ਦੇ ਉੱਤੇ ਫਰੋਮ ਚੰਡੀਗੜ੍ਹ ਟੂ ਮੋਹਾਲੀ. ਸੋ ਦ ਡੇ ਆਈ ਟੁਕ ਅ ਡਿਸੀਜਨ then I started looking for options ਕਿ ਹੁਣ ਮੈਂ where I'm gonna spend next time of my life with my family. ਤੇ when I pondered around ਤੇ ਮੈਨੂੰ ਕੋਈ ਵੀ ਜਗ੍ਹਾ ਜਾਂ ਬਣਿਆ ਹੋਇਆ ਇਨਫਰਾਸਟ੍ਰਕਚਰ ਸਮਝ ਨਹੀਂ ਆਇਆ where I can live with my family. So at that point of time ਜਿਹੜਾ ਇੱਕ ਘਰ ਬਣਾਉਣਾ ਹੁੰਦਾ ਹੈ it takes away lot of energy, time and effort out of a person. But I was busy in my other pursuits as well. And I knew कि जब मैं एक बार घर बनाना शुरू करता it's gonna take a lot of time. So I decided upon the fact कि I'm gonna finish this job and next think about the next thing later. क्योंकि जो focus नहीं ਹੁੰਦਾ ਤੇ ਚੀਜ਼ create ਨਹੀਂ ਹੁੰਦੀ. So I gave 4.5 months of my life to that project. ਤੇ ਹਾਂਜੀ that was created in a record time. See that project was managed very well. All the cash flows were in place. ਸਾਰੀ planning in place ਸੀਗੀ. ਸਾਰੇ contractors decided ਸੀਗੇ. There was no decision pending and ਇਹਦੇ ਕਰਕੇ ਉਹ ਚੀਜ਼ ਉਹਨੇ ਟਾਈਮ 'ਚ ਅਚੀਵ ਹੋ ਗਈ. ਕਾਫੀ ਚੀਜ਼ਾਂ ਮੈਂ ਆਪਣੀ ਡਿਫਰੈਂਟ ਲੋਕੇਸ਼ਨਸ ਤੇ ਕ੍ਰੀਏਟ ਕਰਕੇ ਉੱਥੇ ਇੰਸਟਾਲ ਕਰਾਈਆਂ ਜਿਵੇਂ ਡੋਰਸ ਹੈ ਚੁਗਾਠਾਂ ਨੇ. ਸੋ ਦੈਟ ਹੈਲਪ ਮੀ ਟੂ save time because else those people would have been working there ਤੇ managing a team of like 100-120 people in a small area it's not easy. So ਉਹਦੇ ਵਿੱਚ ਇਹ ਹੈ ਕਿ ਚਲੋ ਡੈਲੀਗੇਸ਼ਨ ਸਹੀ ਸੀਗੀ ਬੰਦਿਆਂ ਨੂੰ ਕੈਸ਼ ਫਲੋ ਸਾਰੇ ਮੈਨੇਜ ਸੀਗੇ ਤੇ ਕੰਮ ਟਾਈਮ ਤੇ ਸਿਰੇ ਲੱਗ ਗਿਆ. ਹਾਂਜੀ that is a great achievement on my end as well but that was the impossible which was made possible. And your house is a pretty detailed house. I have seen it. The detailing, हर चीज छोटी तो छोटी चीज ਦੀ ਨਾ ਤੁਸੀਂ ਧਿਆਨ ਰੱਖਿਆ and really hats off ਭਾਜੀ. ਉਹ ਸਾਡੇ ਚ ਸ਼ੌਂਕ ਥੋੜੇ ਉਸ ਤਰ੍ਹਾਂ ਦੇ ਨੇ that's why I always go into the detail because I'm a strong believer that the luxury lies in the detail. So ਭਾਜੀ final वाला last question. If anyone who is thinking to construct his house, कोई बंदा सोच रहा है कि मैं घर बनाना है तो what is that one piece of advice you can give to that person? My advice on it would be that hire professionals, find proper experts to do whatever job needs to be done because there are 7 to 8 different set of teams which are involved into the execution of a house. And keep your cash flows in place because that is one reason why things don't fall into place. Delegate it to the right people. That's the game. Great insights today, Bhaji. Thank you so much for coming to the podcast. I got to know many things which I was not aware of. Thank you so much.